ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਬਿਨਾ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਇਆ। ਕੁਲ ਤੇ ਪ੍ਰਗਟ ਹੋਏ, ਤਾਹੀਂ ਕੁਲ ਕੋ ਨਾ। ਪੁਨ ਦਵਾਦਸ ਗੁਰਿੰਡ ਕੋ, ਮੇਰੀ ਹੈ ਪ੍ਰਣਾਮ। ਕਾਲ ਕੀਤ ਚੜ੍ਹ ਨਗਰ ਤੇ, ਕੀਨੋ ਜੁਧ ਅਪਾਰ। ਕਾਲ ਰਾਏ ਕੀ ਅੰਸ ਜੋ, ਮਾਰ ਲਾਹੌਰ ਨਿਕਾਰ। ਪਰਮ ਸਤਿਕਾਰਯੋਗ ਹਾਜ਼ਰੀਨ ਸਾਧ ਸੰਗਤ ਜੀ, ਇਸ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਦਾਸ ਦੀ ਹਾਜ਼ਰੀ ਪ੍ਰਵਾਨ ਕਰਨ ਦੇ ਵਾਸਤੇ ਸਭ ਮਾਈ ਭਾਈ ਪ੍ਰੇਮ ਸਤਿਕਾਰ ਨਾਲ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਆਪ ਵਡਭਾਗੇ ਹੋ ਜੋ ਕਿ ਦੂਰ ਨੇੜੇ ਤੋਂ ਆਪਣੇ ਸਾਰੇ ਦੁਨਿਆਵੀ ਕਾਰੋਬਾਰ ਦੇ ਕੰਮਾਂ ਦਾ ਤਿਆਗ ਕਰਦੇ ਹੋਏ ਗੁਰਸਿੱਖੀ ਜੀਵਨ ਦਾ, ਪ੍ਰੇਮ ਤੇ ਪਿਆਰ ਦਾ ਸਬੂਤ ਦਿੰਦੇ ਹੋਏ ਇਸ ਸਮੇਂ ਨੂੰ, ਇਹਨਾਂ ਸਵਾਸਾਂ ਨੂੰ, ਇਸ ਸੰਸਾਰਕ ਜੀਵਨ ਯਾਤਰਾ ਨੂੰ, ਇਹਨਾਂ ਕਲਯੁਗ ਦੀਆਂ ਘੋਰ ਭਿਆਨਕ ਘੜੀਆਂ ਨੂੰ ਸਫਲ ਕਰਨ ਦੇ ਵਾਸਤੇ ਸਾਧ ਸੰਗਤ ਦੇ ਰੂਪ 'ਚ ਬੈਠ ਕੇ ਸਾਧ ਸੰਗਤ ਦੇ ਦਰਸ਼ਨ, ਨਾਮ ਸਿਮਰਨ ਦੀ ਪ੍ਰਾਪਤੀ, ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਇਹਨਾਂ ਮਨੁੱਖੀ ਮਨਾਂ ਨੂੰ ਗਿਆਨ ਦੀ ਪ੍ਰਾਪਤੀ ਕਰਕੇ ਸਫਲ ਹੋਣ ਦੇ ਵਾਸਤੇ ਗੁਰਬਾਣੀ, ਗੁਰੂ ਉਪਦੇਸ਼, ਗੁਰ ਇਤਿਹਾਸ 'ਤੇ ਵਿਚਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਜਦੋਂ ਆਪ ਹਜ਼ੂਰ ਪਾਤਸ਼ਾਹ ਦੀ ਗੁਰਬਾਣੀ ਪੜ੍ਹੋਗੇ, ਸਤਿਗੁਰੂ ਜੀ ਦੇ ਉਪਦੇਸ਼ ਸਰਵਣ ਕਰੋਗੇ, ਇਹਨਾਂ ਮਨੁੱਖੀ ਮਨਾਂ ਨੂੰ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ, ਧਰਮ ਦੇ ਨਾਲ, ਅਥਵਾ ਇਹ ਜਿਹੜਾ ਕਿ ਤੁਹਾਡਾ ਬੈਕੁੰਠ ਅਸਥਾਨ ਹੈ ਸਤ ਸੰਗਤ, ਇਸ ਦੇ ਨਾਲ ਜੋੜਨ ਦੇ ਵਾਸਤੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੰਸਕ੍ਰਿਤ ਪਾਠ ਦੇ ਵਿੱਚ ਉਚਾਰਨ ਕਰਦੇ ਨੇ, ਕਹਿੰਦੇ ਨੇ, ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਗ ਸਨੇਹੰ ਭਰਾਤ ਬਾਂਧਵਾ, ਤ੍ਰਿਗ ਸਨੇਹੰ ਬੰਤਾ ਬਿਲਾਸੁਤਾ, ਤ੍ਰਿਗ ਸਨੇਹੰ ਘੈਰਥ ਕਹਾ, ਸਾਧ ਸੰਗ ਸਨੇ ਸਤਿਅੰ ਸੁਖਿੰ ਬਸੰਤ ਨਾਨਕਾ। ਗੁਰੂ ਪੰਚਮ ਪਾਤਸ਼ਾਹ ਕਿਰਪਾ ਕਰਦੇ ਨੇ, ਇੱਕ ਪਾਸੇ ਧਰਮ ਦੀ ਮਰਿਆਦਾ ਹੈ, ਇੱਕ ਪਾਸੇ ਦੁਨੀਆ ਦੀ ਮਰਿਆਦਾ ਹੈ। ਗੁਰੂ ਪੰਚਮ ਪਾਤਸ਼ਾਹ ਕਿਰਪਾ ਕਰਕੇ ਕਹਿੰਦੇ ਨੇ, ਤ੍ਰਿਗੰਤ ਮਾਤ ਪਿਤਾ ਸਨੇਹੰ, ਇਸ ਸੰਸਾਰ ਦੇ ਵਿੱਚ ਦੁਨੀਆ ਦੇ ਲੋਕਾਂ ਨੇ ਮਾਤਾ ਪਿਤਾ ਦੇ ਪ੍ਰੇਮ ਤੇ ਪਿਆਰ ਨੂੰ ਮਾਨਤਾ ਦਿੱਤੀ ਹੈ ਸਾਧ ਸੰਗਤ 'ਚ, ਔਰ ਗੁਰਬਾਣੀ 'ਚ ਵੀ ਗੁਰੂ ਦੇ ਪਿਆਰੇ ਗੱਲ ਹੁੰਦੀ ਹੈ ਸਾਧ ਸੰਗਤ 'ਚ। ਕਹਿੰਦੇ ਨੇ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਸਾਧ ਸੰਗਤ 'ਚ ਮਾਤਾ ਪਿਤਾ ਦਾ ਪ੍ਰੇਮ ਤੇ ਪਿਆਰ ਬੜਾ ਵਧੀਆ ਹੈ ਗੁਰੂ ਦੇ ਪਿਆਰੇ। ਪਰ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ, ਉਸ ਮਾਤ ਪਿਤਾ ਦੇ ਪਿਆਰ ਨੂੰ ਤ੍ਰਿਗੰਤ ਹੈ, ਤ੍ਰਿਗ ਹੈ, ਤ੍ਰਿਗ, ਜਿਸ ਨੂੰ ਆਪਾਂ ਨੇ 1000 ਵਾਰੀ ਫਿਟੇ ਮੂੰਹ ਆਖਣਾ, 100 ਵਾਰੀ ਲਾਹਨਤ ਆਖਣੀ ਹੈ, ਉਹਨੂੰ ਇੱਕ ਵਾਰੀ ਤ੍ਰਿਗ ਆਖ ਦਿਓ ਸਾਧ ਸੰਗਤ 'ਚ। ਉਹਨੂੰ 1000 ਵਾਰੀ ਫਿਟੇ ਮੂੰਹ ਆਖਿਆ ਗਿਆ ਸਾਧ ਸੰਗਤ 'ਚ। ਜਿਹੜੇ ਮਾਤਾ ਪਿਤਾ ਬੱਚੇ ਨੂੰ, ਬੱਚੇ ਦਾ ਚਿੱਤ ਕਰਦਾ ਸਵੇਰੇ ਇਸ਼ਨਾਨ ਕਰਨ ਤੇ ਉੱਠਣ ਤੇ ਮਾਤਾ ਪਿਤਾ ਪਿਆਰ ਕਰਦੇ ਨੇ, ਕਹਿੰਦੇ ਨਾ ਪੁੱਤ ਠੰਡ ਲੱਗ ਜਾਏਗੀ, ਨਾ ਉੱਠ, ਉਹਦੇ ਹਿੱਤ ਕਰਦੇ ਨੇ ਨਾ। ਕਹਿੰਦੇ ਨੇ ਲਾਹਨਤ ਉਸ ਮਾਤਾ ਪਿਤਾ ਦੇ ਪਿਆਰ ਨੂੰ ਸਾਧ ਸੰਗਤ 'ਚ। ਬੱਚਾ ਕਹਿੰਦਾ ਹੈ
ਹੁਣ ਨਿਤਨ ਦਾ ਟਾਈਮ ਹੋ ਗਿਆ, ਸਤ ਸੰਗਤ ਦਾ ਟਾਈਮ ਹੋ ਗਿਆ, ਮੈਂ ਜਾਣਾ ਹੈ। ਤੇ ਮਾਂ ਪਿਓ ਕਹਿੰਦੇ ਨੇ ਭੁੱਖਾ ਮਰ ਜਾਏਗਾ, ਇੱਥੇ ਆ ਕੰਮ ਕਰ ਹਾਂ। ਆਪਾਂ ਨੂੰ ਹਿੱਤ ਕਰਦੇ ਨੇ ਪਏ ਸਾਧ ਸੰਗਤ 'ਚ। ਪਰ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਹੜੇ ਮਾਤਾ ਪਿਤਾ ਇਸ ਤਰ੍ਹਾਂ ਬੱਚੇ ਨੂੰ ਪਿਆਰ ਕਰਦੇ ਨੇ, ਉਹਦੇ ਪਿਆਰ ਨੂੰ ਤ੍ਰਿਗ ਗਿਆ ਗੁਰੂ ਦੇ ਪਿਆਰੇ। ਕਿਉਂਕਿ ਗੁਰਬਾਣੀ ਦੇ ਨਾਲ ਸ਼ਾਸਤਰ ਨੂੰ ਜੋੜਨ ਲੱਗਾ ਸਾਧ ਸੰਗਤ 'ਚ। ਮਾਤਾ ਪਿਤਾ, ਸੁਮੱਤ, ਮਿੱਤਰ ਤੇ ਗੁਰੂ, ਇਹ ਚਾਰ ਚੀਜ਼ਾਂ ਹਰੇਕ ਨੂੰ ਮਿਲਦੀਆਂ ਨਹੀਂ ਸਾਧ ਸੰਗਤ 'ਚ। ਜਦੋਂ ਮਹਾਤਮਾ ਨੇ ਉਪਦੇਸ਼ ਕੀਤਾ ਤੇ ਸ਼ੰਕਾਵਦ ਕਹਿੰਦਾ, ਮਹਾਤਮਾ ਜੀ ਤੁਸੀਂ ਕਹਿੰਦੇ ਹੋ ਮਾਤਾ ਪਿਤਾ ਹਰੇਕ ਨੂੰ ਮਿਲਦੇ ਨਹੀਂ, ਤੇ ਮਾਤਾ ਪਿਤਾ ਬਿਨਾਂ ਤੇ ਬੱਚੇ ਦਾ ਜਨਮ ਹੀ ਨਹੀਂ ਹੋ ਸਕਦਾ ਸਾਧ ਸੰਗਤ 'ਚ। ਮਾਤ ਪਿਤਾ ਬਿਨ ਬਾਲ ਨਾ ਹੋਈ ਤੇ ਬਿੰਬ ਬਿਨਾ ਕੈਸੇ ਕੱਪੜੇ ਧੋਈ। ਤੁਸੀਂ ਗੁਰਬਾਣੀ ਪੜ੍ਹਦੇ ਹੋ ਸਾਧ ਸੰਗਤ 'ਚ। ਮਾਤਾ ਪਿਤਾ ਤੋਂ ਬਗੈਰ ਬੱਚੇ ਦੀ ਪੈਦਾਇਸ਼ ਨਹੀਂ। ਤੇ ਹਜ਼ੂਰ ਪਾਤਸ਼ਾਹ ਗੁਰਬਾਣੀ ਦੁਆਰਾ ਅਥਵਾ ਸ਼ਾਸਤਰ ਕਹਿੰਦਾ ਪਿਆ, ਮਾਤਾ ਪਿਤਾ ਕੌਣ ਕਹਾਉਣ ਦਾ ਹੱਕਦਾਰ ਹੈ। ਵੇਖੋ ਨਾ, ਆਪਾਂ ਰਿਸ਼ਤੇਦਾਰਾਂ ਵੱਲ ਚੱਲਨੇ ਆ, ਦੁਨਿਆਵੀ ਕਾਰੋਬਾਰ ਕਰਨੇ ਆ, ਕਿਸੇ ਸੱਜਣ ਮਿੱਤਰ ਨੂੰ ਮਿਲਣ ਵਾਸਤੇ ਜਾਂਦੇ ਆ। ਮਾਤਾ ਪਿਤਾ ਨੂੰ ਆਪਾਂ ਆਪਣੇ ਬੱਚੇ ਨੂੰ ਪਹਿਲਾਂ ਅੱਗੇ ਰੱਖਣੇ ਆ ਸਾਧ ਸੰਗਤ 'ਚ। ਪਰ ਇਹ ਕਦੇ ਮਨ 'ਚ ਗੱਲ ਆਈਏ ਵੀ ਆਪਾਂ ਸਾਧ ਸੰਗਤ ਦੇ ਬੱਚੇ ਤੂੰ ਵੀ ਪੁੱਤ ਤੁਰ ਚੱਲ ਮੇਰੇ ਨਾਲ ਚੱਲ ਸਾਧ ਸੰਗਤ 'ਚ। ਕਦੇ ਆਖਿਆ ਕਿਸੇ ਨੇ ਗੁਰੂ ਦੇ ਪਿਆਰੇ ਹੋ ਵੀ ਹੁਣ ਸਤ ਸੰਗਤ ਹੈ, ਨਿਤਨ ਦਾ ਟਾਈਮ ਚੱਲੀਏ ਆਪਾਂ ਬਚੀਏ, ਚੱਲੀਏ ਪੁੱਤ ਆਪਾਂ। ਬਹੁਤ ਅਸੰਭਵ ਗੱਲ ਹੈ ਸਾਧ ਸੰਗਤ 'ਚ। ਸ਼ਾਸਤਰ ਕਹਿੰਦਾ 5 ਬਰਸ ਤੱਕ ਲਾਡ ਹੈ, ਤਾੜਨ ਹੈ ਖਟ ਮਾਹੇ, ਪੁੱਤਰ ਮਿੱਤਰ ਤਬ ਹੋਤ ਹੈ, ਜਬ ਖੋੜਸ ਤੱਕ ਜਾਏ। ਉਹ ਮਾਤਾ ਪਿਤਾ ਸਾਧ ਸੰਗਤ 'ਚ ਹਰੇਕ ਨੂੰ ਨਹੀਂ ਮਿਲਦੇ ਗੁਰੂ ਦੇ ਪਿਆਰਿਓ। ਭਾਵੇਂ ਕਿ ਇਹ ਤੁਹਾਡੀਆਂ ਕੰਟਰੀਆਂ ਦੇ ਕਾਨੂੰਨ, ਮੈਂ ਪਹਿਲਾਂ ਅਰਜ਼ ਕੀਤੀ ਹੈ ਭਈ ਆਪਾਂ ਇਸ ਧਾਰਮਿਕ ਦੁਨੀਆ 'ਚ ਬੈਠੇ ਹਾਂ ਸਾਧ ਸੰਗਤ 'ਚ। ਆਪਾਂ ਧਰਮ ਦੀ ਗੱਲ ਕਰਨੀ ਹੈ ਗੁਰੂ ਦੇ ਪਿਆਰਿਓ। ਧਰਮ ਨਾਲ ਜੁੜਨਾ ਹੈ, ਧਰਮ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਨਾ ਸਾਧ ਸੰਗਤ 'ਚ। ਕਿਉਂਕਿ ਧਰਮ ਇਹ ਕਹਿੰਦਾ ਸਾਗੁਰ ਕਿਰਪਾ ਕਰਨ, ਲੱਖਾਂ ਕਰੋੜਾਂ ਰੁਪਈਏ ਤੁਹਾਡੇ ਬਣਨ ਤੇ ਜਾਇਦਾਦਾਂ ਬਣਾਓ ਸਾਧ ਸੰਗਤ 'ਚ। ਲੱਖਾਂ ਕਰੋੜਾਂ ਰੁਪਈਏ ਬੈਂਕਾਂ 'ਚ ਇਕੱਠੇ ਕਰ ਦਿਓ, ਲੱਖਾਂ ਕਰੋੜਾਂ ਰੁਪਏ ਦੀਆਂ ਮਾਇਕੀ ਪਦਾਰਥ ਤਿਆਰ ਕਰ ਦਿਓ। ਪਰ ਸ਼ਾਸਤਰ ਕਹਿੰਦਾ ਪਿਆ ਜੇ ਕਿਸੇ ਨੇ ਆਪਣੇ ਬੱਚੇ ਨੂੰ ਧਰਮ ਨਾਲ ਨਾ ਜੋੜਿਆ, ਗੁਰਮਤ ਨਾਲ ਨਾ ਜੋੜਿਆ, ਉਹਨੇ ਕੱਖ ਵੀ ਨਹੀਂ ਕੀਤਾ ਸਾਧ ਸੰਗਤ 'ਚ। ਇਹ ਗੱਲ ਮੇਰੀ ਨਹੀਂ, ਸ਼ਾਸਤਰ ਦੀ ਗੱਲ ਹੈ ਸਾਧ ਸੰਗਤ 'ਚ। ਜੇ ਉਸਨੇ ਆਪਣੇ ਬੱਚੇ ਨੂੰ ਧਰਮ ਨਾਲ ਨਹੀਂ ਜੋੜਿਆ, ਗੁਰਮਤ ਨਾਲ ਨਹੀਂ ਜੋੜਿਆ, ਉਹ ਆਖੇ ਵੀ ਮੈਂ ਕਰੋੜਾਂ ਰੁਪਈਏ ਤਿਆਰ ਕਰਤੇ ਨੇ, ਕੋਠੀਆਂ ਬਣਾ ਦਿੱਤੀਆਂ ਨੇ, ਜਾਇਦਾਦਾਂ ਬਣਾ ਤੇ, ਭਾਈ ਸ਼ਾਸਤਰ ਕਹਿੰਦੇ ਉਹਨੇ ਕੱਖ ਵੀ ਨਹੀਂ ਕੀਤਾ ਸੰਸਾਰ ਤੇ ਸਾਧ ਸੰਗਤ 'ਚ। ਸਭ ਤੋਂ ਵੱਡਾ ਧਨ ਕਿਹੜਾ ਹੈ? ਆ ਆਪਣੇ ਬੱਚਿਆਂ ਨੂੰ ਸੰਭਾਲਣ ਦਾ ਸਾਧ ਸੰਗਤ 'ਚ ਸਭ ਤੋਂ ਵੱਡਾ ਧਨ ਹੈ ਗੁਰੂ ਦੇ ਪਿਆਰੇ। ਇਸ ਵਾਸਤੇ 1 ਸਾਲ ਤੋਂ ਲੈ ਕੇ ਤੇ 5 ਸਾਲ ਤੱਕ, ਇਹ ਪੁਰਾਣੀ ਸ਼ਾਸਤਰ ਉੱਥੇ ਹੀ ਹੈ ਨਾ, ਗੱਲ ਤੇ ਸਮਾਂ ਪਰਿਵਰਤਨ ਹੁੰਦਾ ਪਿਆ ਸਾਧ ਸੰਗਤ 'ਚ। ਕਹਿੰਦਾ 1 ਸਾਲ ਤੋਂ ਲੈ ਕੇ ਤੇ 5 ਸਾਲ ਤੱਕ ਬੱਚੇ ਦਾ ਹਰੇਕ ਪ੍ਰਕਾਰ ਦੀ ਦੇਖਭਾਲ ਕਰੋ ਸਾਧ ਸੰਗਤ 'ਚ। ਉਹਦੇ ਨਾਲ ਹਰੇਕ ਪ੍ਰਕਾਰ ਦਾ ਪਿਆਰ ਕਰੋ ਗੁਰੂ ਦੇ ਪਿਆਰਿਓ। ਕਿਉਂਕਿ ਕਹਿੰਦੇ ਨੇ ਤਾੜਨ ਮੈਂ ਅਧਿਕਾਰ ਹੈ, ਤਾੜਨ ਮੈਂ ਅਧਿਕਾਰ, ਤਾਂ ਤੇ ਸੁਤ ਅਰ ਸਿੱਖ ਕੋ ਤਾੜਨ ਹੈ ਗੁਣਕਾਰ। ਲਾੜ ਦੇ ਵਿੱਚ ਵਿਕਾਰ ਹੈ, ਤਾੜਨ 'ਚ ਵਿਕਾਰ ਕੋਈ ਨਹੀਂ ਸਾਧ ਸੰਗਤ 'ਚ। ਬਹੁਤ ਧਿਆਨ ਦੀਆਂ ਗੱਲਾਂ ਨੇ ਤੁਹਾਡੀਆਂ ਗੁਰੂ ਦੇ ਪਿਆਰਿਓ। ਜਿਹੜਾ ਆਪਾਂ ਲਾਡ ਕਰਨੇ ਆ ਨਾ, ਉਹਦੇ ਵਿੱਚ ਵਿਕਾਰ ਹੈ, ਉਹਦੇ 'ਚ ਦੁੱਖ ਹੈ। ਜਿਸ ਬੱਚੇ ਨੂੰ ਤੁਸੀਂ ਤਾੜਨਾ ਕਰਦੇ ਹੋ, ਉਹ 'ਚ ਦੁੱਖ ਕੋਈ ਨਹੀਂ ਨਿਕਲੇਗਾ ਸਾਧ ਸੰਗਤ 'ਚ, ਉਹ 'ਚ ਜ਼ਿੰਦਗੀ ਬਣੇਗੀ ਗੁਰੂ ਦੇ ਪਿਆਰਿਓ। ਕਹਿੰਦੇ ਨੇ ਤਾਂ ਤੇ ਸੋਤਰ ਸਿੱਖ ਕੋ ਤਾੜਨ ਹੈ ਗੁਣਕਾਰ। ਜੇ ਸੱਜਣੋ ਗੁਰੂ ਆਪਣੇ ਸਿੱਖ ਨੂੰ ਤਾੜੇ ਨਾ ਤੇ, ਕਿਉਂਕਿ ਜਿਸ ਸਮੇਂ 'ਚ ਆਪਾਂ ਲੰਘਣੇ ਨਾ ਪਏ,
ਇਹ ਸਮਾਂ ਕਿਸ ਤਰ੍ਹਾਂ ਦਾ ਹੈ? ਸਮਾਂ ਇਸ ਤਰ੍ਹਾਂ ਦਾ ਆ ਗਿਆ ਹੈ, ਇਸ ਸਿੱਖ ਨੇ ਗੁਰੂ ਦੇ ਅਨੁਸਾਰ ਚੱਲਣਾ ਹੈ ਕਿ ਗੁਰੂ ਨੇ ਸਿੱਖ ਦੇ ਅਨੁਸਾਰ ਚੱਲਣਾ ਹੈ? ਕਿੰਨੇ ਚੱਲਣਾ ਪਏ ਗੁਰੂ ਦੇ ਪਿਆਰਿਓ? ਇਹ ਗੱਲ ਬਹੁਤ ਲੰਬੀ ਹੋ ਜਾਏਗੀ ਸਾਧ ਸੰਗਤ 'ਚ, ਲੰਬੀ ਇੰਨੀ ਕੁ ਹੋ ਜਾਏਗੀ। ਆਹ ਤੁਸੀਂ ਵੇਖਦੇ ਹੋ ਨਾ, ਗੌਰਮੈਂਟ ਬਹੁਤ ਵੱਡੇ ਵੱਡੇ ਪ੍ਰੋਜੈਕਟ ਬਣਾਉਂਦੀ ਹੈ। ਕੋਈ 10 ਸਾਲ ਦਾ, ਕੋਈ 20 ਸਾਲ ਦਾ, ਕੋਈ 40 ਸਾਲ ਦਾ ਪ੍ਰੋਜੈਕਟ ਤਿਆਰ ਹੋ ਜਾਂਦਾ ਹੈ। ਜਦੋਂ ਉਹ ਪ੍ਰੋਜੈਕਟ ਆ ਤੁਹਾਡੇ ਕੋਲ ਸਾਰੇ ਮੁਲਕਾਂ ਬਣਦੇ ਰਹਿੰਦੇ ਨੇ ਕੰਟਰੀਆਂ 'ਚ, ਕੋਈ ਪਾਣੀ ਦਾ ਪ੍ਰੋਜੈਕਟ ਹੈ, ਕੋਈ ਬਿਜਲੀ ਦਾ ਪ੍ਰੋਜੈਕਟ ਹੈ, ਜਦੋਂ ਤਿਆਰ ਹੋ ਜਾਂਦੇ ਨੇ ਫਿਰ ਉਹ ਆਪਣੇ ਪ੍ਰਜਾ ਦੇ, ਆਪਣੇ ਦੇਸ਼ ਦੀ ਸੇਵਾ ਕਰਦੇ ਨੇ। ਉਹ ਸੰਪੂਰਨ ਹੋ ਗਏ ਸਾਧ ਸੰਗਤ 'ਚ। ਤੁਸੀਂ ਕੋਈ ਬਿਲਡਿੰਗ ਤਿਆਰ ਕਰਦੇ ਹੋ, ਉਹ ਬਿਲਡਿੰਗ ਤੁਸੀਂ 5-10 ਸਾਲ 'ਚ ਤਿਆਰ ਕਰ ਦਿੰਦੇ ਹੋ। ਜਦੋਂ ਬਿਲਡਿੰਗ ਤਿਆਰ ਕਰ ਦਿੱਤੀ, ਤੁਹਾਡੇ ਸੱਜਣ ਮਿੱਤਰ, ਰਾਹੀ ਮੁਸਾਫਰ, ਉਹ ਤੁਹਾਡੀ ਬਿਲਡਿੰਗ ਵੱਲੋਂ ਵੇਖਦੇ ਨੇ ਤੇ ਬੜੇ ਪ੍ਰਸੰਨ ਹੁੰਦੇ ਨੇ, ਭਾਈ ਬਹੁਤ ਵਧੀਆ ਪੈਸੇ ਲਾਏ ਨੇ, ਬੜਾ ਵਧੀਆ ਡਿਜ਼ਾਈਨ ਤਿਆਰ ਕੀਤਾ ਸਾਧ ਸੰਗਤ 'ਚ। ਆ ਤੁਸੀਂ ਵੇਖਦੇ ਹੋ, ਕੋਈ ਲੱਕੜ ਦੀ ਮੂਰਤੀ ਤਿਆਰ ਕਰਦਾ, ਕੋਈ ਪੱਥਰ ਦੀ ਮੂਰਤੀ ਤਿਆਰ ਕਰਦਾ। ਉਹ ਜਿਹੜੀ ਲੱਕੜ ਦੀ ਮੂਰਤੀ ਹੈ ਜਾਂ ਪੱਥਰ ਦੀ ਮੂਰਤੀ ਹੈ, ਉਹ 6 ਮਹੀਨੇ ਦੇ ਵਿੱਚ, ਸਾਲ ਦੇ ਵਿੱਚ, 2 ਸਾਲ 'ਚ ਤੁਸੀਂ ਤਿਆਰ ਕਰ ਦਿੰਦੇ ਹੋ। ਜਦੋਂ ਤਿਆਰ ਹੋ ਜਾਂਦੀ ਹੈ, ਸੱਜਣੋਂ ਫਿਰ ਗੱਲਾਂ ਕਰਨ ਲੱਗ ਪੈਂਦੀ ਸਾਧ ਸੰਗਤ 'ਚ। ਇਸ ਤਰ੍ਹਾਂ ਕਰਦਾ, ਇਸ ਤਰ੍ਹਾਂ ਜਾਪਦਾ ਹੈ ਇਹ ਜਿਹੜੀ ਮੂਰਤੀ ਹੈ ਨਾ ਗੱਲਾਂ ਕਰਦੀ ਹੈ, ਭਈ ਤੁਸਾਂ ਘਾਟ ਤੋਂ ਤੇ ਇਸ ਤਰ੍ਹਾਂ ਕਰ ਦਿੱਤੀ ਹੈ, ਘੜ ਦਿੱਤੀ ਸਾਧ ਸੰਗਤ 'ਚ। ਮੈਰਿਜ ਕਰਨਾ ਪਿਆ। ਇਹ ਕਿਉਂ? ਉਹ ਜਿਹੜੀ ਪੱਥਰ ਦੀ ਮੂਰਤੀ ਹੈ ਨਾ, ਉਹ ਇਹ ਨਹੀਂ ਕਹਿੰਦੀ ਮੈਨੂੰ ਇਸ ਤਰ੍ਹਾਂ ਨਾ ਕਰ। ਉਹ ਜਿਹੜਾ ਪ੍ਰੋਜੈਕਟ ਹੈ, ਉਹ ਇਹ ਨਹੀਂ ਕਹਿੰਦਾ ਮੈਨੂੰ ਇਸ ਤਰ੍ਹਾਂ ਨਾ ਕਰ। ਉਹ ਜਿਹੜੀ ਬਿਲਡਿੰਗ ਤਿਆਰ ਕਰਦੇ ਹੋ ਨਾ, ਉਹ ਇਹ ਨਹੀਂ ਕਹਿੰਦੀ ਮੈਨੂੰ ਇਸ ਤਰ੍ਹਾਂ ਨਾ ਕਰ। ਮਨੁੱਖ ਗੁਰੂ ਦੇ ਕਰਨ 'ਚ ਕਿੰਤੂ ਕਰਦਾ ਸਾਧ ਸੰਗਤ 'ਚ। ਕਿਸ ਤਰ੍ਹਾਂ ਘੜਿਆ ਜਾਵੇ ਗੁਰੂ ਦੇ ਪਿਆਰੇ? ਕਿਸ ਤਰ੍ਹਾਂ ਘੜਿਆ ਜਾਵੇ? ਸਿੱਖ ਕਹਿੰਦਾ ਗੁਰੂ ਮੇਰੇ ਅਨੁਸਾਰ ਚੱਲੇ, ਬਣ ਜਾਏਗੀ ਗੱਲ ਇਸ ਤਰ੍ਹਾਂ। ਮਰੀਜ਼ ਨੇ ਡਾਕਟਰ ਦੇ ਅਨੁਸਾਰ ਚੱਲਣਾ ਕਿ ਡਾਕਟਰ ਦੇ ਅਨੁਸਾਰ ਮਰੀਜ਼ ਨੇ ਚੱਲਣਾ? ਕਿ ਨਹੀਂ ਚੱਲਣਾ ਸਾਧ ਸੰਗਤ 'ਚ? ਜੇ ਮਰੀਜ਼ ਦੇ ਅਨੁਸਾਰ ਡਾਕਟਰ ਚੱਲੇ ਤੇ ਮਰੀਜ਼ ਠੀਕ ਹੋ ਜਾਏਗਾ। ਮਰੀਜ਼ ਕਹਿੰਦਾ ਮੈਨੂੰ ਕੌੜੀ ਗੋਲੀ ਨਾ ਦੇਈਂ, ਇਹ ਬੜੀ ਕੌੜੀ ਹੈ, ਮੈਂ ਮਰ ਜਾਵਾਂਗਾ। ਮਰੀਜ਼ ਕਹਿੰਦਾ ਮੈਨੂੰ ਇੰਜੈਕਸ਼ਨ ਨਾ ਲਾਈ, ਮੈਨੂੰ ਸੂਈ ਚੁਭੇਗੀ, ਤੇ ਡਾਕਟਰ ਆ ਕੇ ਚੰਗਾ ਨਹੀਂ ਲਾਉਂਦਾ ਤੇ ਠੀਕ ਹੋ ਜਾਏਗਾ? ਠੀਕ ਨਹੀਂ ਹੋਣਾ ਸਾਧ ਸੰਗਤ 'ਚ। ਇਸੇ ਤਰ੍ਹਾਂ ਸਿੱਖ ਕਿੰਤੂ ਕਰਦਾ ਸਾਧ ਸੰਗਤ 'ਚ। ਇਹ ਤਿਆਰ ਨਹੀਂ ਹੁੰਦਾ ਪਿਆ ਗੁਰੂ ਦੇ ਪਿਆਰੇ, ਤਿਆਰ ਨਹੀਂ ਹੁੰਦਾ ਪਿਆ ਸਾਧ ਸੰਗਤ 'ਚ। ਆਪਾਂ ਨੇ ਯਤਨ ਕੀ ਕਰਨਾ ਹੈ? ਗੁਰੂ ਦੇ ਅਨੁਸਾਰ ਚੱਲਣ ਦਾ ਸਾਧ ਸੰਗਤ 'ਚ। ਇਸ ਵਾਸਤੇ ਦਾਸ ਪ੍ਰਾਰਥਨਾ ਕਰਦਾ ਪਿਆ, 1 ਸਾਲ ਤੋਂ ਲੈ ਕੇ ਤੇ 5 ਸਾਲ ਤੱਕ ਬੱਚੇ ਦਾ ਪੂਰਾ ਲਾਡ ਪਿਆਰ ਵੇਖੋ ਸਾਧ ਸੰਗਤ 'ਚ। ਜਦੋਂ 5 ਸਾਲ ਤੋਂ ਬੱਚਾ ਉੱਪਰ ਹੋ ਗਿਆ, ਉਸ ਨੂੰ ਤੁਸੀਂ ਵਿਦਿਆ ਦੇ ਵੱਲ, ਕਿਸ ਵੀ ਕਲਾ ਦੇ ਵੱਲ ਜਾਂ ਕਿਸੇ ਦਸਤਕਾਰੀ ਦੇ ਵੱਲ ਲਾਉਣਾ, ਉਹਨੂੰ ਲਾ ਦਿਓ। ਫਿਰ ਉਹਨੂੰ ਲਾ ਦਿਓ, ਉਹਦੇ ਨਾਲ ਖਾਣ ਪੀਣ ਦਾ ਵਿਹਾਰ ਕਰੋ, ਪਿਆਰ ਕਰੋ, ਤੇ ਕੰਮ ਉਹਦੇ ਕੋਲ ਕਸਾਈਆਂ ਵਾਂਗ ਲਓ। ਫਿਰ ਸਾਧ ਸੰਗਤ 'ਚ ਸ਼ਾਸਤਰ ਇਹ ਕਹਿੰਦਾ ਗੁਰੂ ਦੇ ਪਿਆਰੇ, ਫਿਰ ਉਹਦੇ ਲਾੜ ਨਾ ਕਰੋ ਉਹਦੇ ਨਾਲ। ਬਾਜੇ ਬਾਜੇ ਮਾਂ ਪਿਓ ਲਾਡਾਂ ਲੰਝ ਬੱਚੇ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ ਸਾਧ ਸੰਗਤ 'ਚ, ਜ਼ਿੰਦਗੀ ਬਰਬਾਦ ਕਰ ਦਿੰਦੇ ਨੇ ਗੁਰੂ ਦੇ ਪਿਆਰਿਓ। ਜਦੋਂ ਉਸ ਬੱਚੇ ਨੂੰ ਸੋਝੀ ਆਉਂਦੀ ਹੈ ਨਾ, ਤੇ ਉਹ ਕਹਿੰਦਾ ਬੱਚੇ ਮੇਰੇ ਜਿਹੜੇ ਮੇਰੇ ਮਾਂ ਪਿਓ ਸਨ ਮੇਰੇ ਦੁਸ਼ਮਣ ਸਨ ਸਾਧ ਸੰਗਤ 'ਚ, ਮੇਰੇ ਦੁਸ਼ਮਣ ਨਿਕਲੇ ਨੇ ਗੁਰੂ ਦੇ ਪਿਆਰਿਓ। ਕਿੰਨਾ ਚਿਰ? 16 ਸਾਲ ਤੱਕ ਸਾਧ ਸੰਗਤ 'ਚ। ਉਹਦੇ ਨਾਲ ਫਿਰ ਇਹ ਵਿਹਾਰ ਕਰੋ। ਜਦੋਂ ਬੱਚਾ 16 ਸਾਲ ਦਾ ਹੋ ਗਿਆ, ਫਿਰ ਉਹਦੇ ਨਾਲ ਮਿੱਤਰਾਂ ਵਾਲਾ ਵਿਹਾਰ ਕਰਨਾ ਸ਼ੁਰੂ ਕਰ ਦਿਓ। ਜਿਸ ਮਾਤਾ ਪਿਤਾ ਦੇ ਵਿੱਚ ਇਹ ਗੁਣ ਮਿਲਦਾ, ਉਹ ਮਾਤਾ ਪਿਤਾ ਕਹਾਣ ਦਾ ਹੱਕਦਾਰ ਹੈ ਸਾਧ ਸੰਗਤ 'ਚ। ਇਹ ਧਰਮ ਗ੍ਰੰਥ ਕਹਿੰਦੇ ਨੇ ਪਏ ਗੁਰੂ ਦੇ ਪਿਆਰਿਓ। ਇਸ ਵਾਸਤੇ ਮੈਂ ਅਰਜ਼ ਕਰਨਾ ਪਿਆ, ਆਪਾਂ ਜਿਸ ਵੀ ਪਾਸੇ ਵੱਲ ਜਾਂਦੇ ਹਾਂ, ਬੱਚਿਆਂ ਨੂੰ ਆਪਾਂ ਆਪਣੀ ਉਂਗਲੀ ਨਾਲ ਲਾ ਲੈਂਦੇ ਹਾਂ ਸਾਧ ਸੰਗਤ 'ਚ, ਆਪਣੀ ਗੱਡੀ 'ਚ ਬਿਠਾ ਲੈਂਦੇ ਹਾਂ। ਕੀ ਹੁਣ ਨਿਤਨੇਮ ਕਰਨ ਲੱਗੇ ਜਾਂ ਸਤਸੰਗ 'ਚ ਆਉਣ ਲੱਗੇ ਆਖਿਆ ਕਿਸੇ ਨੇ ਵੀ ਚੱਲੀਏ ਬੱਚਾ ਆਪਾਂ ਵੀ ਚੱਲੀਏ ਸਾਧ ਸੰਗਤ 'ਚ? ਕਹਿੰਦੇ ਆ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਤ੍ਰਿਗੰਤ ਮਾਤ ਪਿਤਾ ਸਨੇਹੰ, ਉਸ ਮਾਤਾ ਪਿਤਾ ਦੇ ਪਿਆਰ ਨੂੰ ਤ੍ਰਿਗ ਗਿਆ ਸਾਧ ਸੰਗਤ 'ਚ। ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹ ਬੰਤਾ ਬਿਲਾਸ, ਤ੍ਰਿਗ ਸਨੇਹੰ ਪ੍ਰਹਦ ਬਾਂਧਵਾ, ਉਸ ਭਰਾ ਦੇ ਪਿਆਰ ਨੂੰ ਵੀ ਤ੍ਰਿਗ ਹੈ।
ਜਿਹੜਾ ਕਹਿੰਦਾ ਵੀਰ ਸਤਸੰਗ ਦਾ ਟਾਈਮ ਆ ਗਿਆ, ਕਥਾ ਦਾ ਟਾਈਮ ਆ ਗਿਆ, ਗੁਰਦੁਆਰਾ ਸਾਹਿਬ ਜਾਣ ਦਾ ਟਾਈਮ ਆ ਗਿਆ, ਤੇ ਉਹ ਕਹਿੰਦਾ ਓਏ ਆਹ ਕਿੰਨੇ ਕੰਮ ਕਿੰਨੇ ਕਰਨੇ ਨੇ, ਇਹ ਕਿੰਨੇ ਕਰਨੇ ਨੇ। ਰੋਜ਼ ਸੁਣਦੇ ਰਹਿੰਦੇ, ਜਾਂਦੇ ਰਹਿੰਦੇ, ਉੱਥੇ ਉਹ ਗੱਲਾਂ ਸੁਣੀਆਂ, ਉੱਥੇ ਉਹ ਕੀ ਕਰਨਾ ਜਾ ਕੇ। ਤੇ ਬੜਾ ਕੁਛ ਹੁੰਦਾ ਸੰਸਾਰ 'ਚ ਸਾਧ ਸੰਗਤ 'ਚ। ਸੱਜਣੋ, ਇਹ ਤੁਹਾਡੀ ਥਾਂ ਮੈਂ ਅਰਜ਼ ਕਰ ਦਿੱਤੀ ਸੀ, ਇਹ ਤੁਸੀਂ ਸਾਰੇ ਗਰਭ 'ਚ ਬੈਠੇ ਹੋ। ਇਸ ਗਰਭ 'ਚੋਂ ਆਪਾਂ ਨੇ ਜਨਮ ਲੈਣਾ ਹੈ, ਆਪਣੇ ਮਨੁੱਖਾ ਦੇਹ ਨੂੰ, ਇਸ 84 ਲੱਖ ਜੂਨ ਨੂੰ ਆਪਾਂ ਨੇ ਸਫਲ ਕਰਨਾ ਹੈ। ਇਸ ਪਤਾ ਨਹੀਂ ਕਿਹੜਾ ਸ਼ਬਦ, ਕਿਹੜਾ ਸਤਿਗੁਰ ਦਾ ਉਪਦੇਸ਼ ਹਿਰਦੇ ਵਸਣਾ ਤੇ ਲੋਕ ਤੇ ਪਰਲੋਕ ਦਾ ਭਲਾ ਹੋ ਜਾਣਾ ਸਾਧ ਸੰਗਤ 'ਚ। ਇਸ ਵਾਸਤੇ ਕਬੀਰ ਜੀ ਆਪਣੀ ਰਾਏ ਦਿੰਦੇ ਨੇ, ਕਹਿੰਦੇ ਨੇ ਸਾਧ ਸੰਗਤ 'ਚ, ਕਹਿੰਦੇ ਨੇ ਮਾਤ ਪਿਤਾ ਬਨਿਤਾ ਸੁਤ ਸੰਪਤ ਅੰਤ ਨ ਚਲਤ ਸੰਗਾਤ ਕਹਿਤ ਕਬੀਰ ਰਾਮ ਭਜ ਬਉਰੇ ਜਨਮ ਅਕਾਰਥ ਜਾਤ। ਕਬੀਰ ਕਹਿੰਦਾ ਪਿਆ ਕਿਤਨਾ ਕਮਾਲ ਹੈ। ਇਸ ਜੀ ਦਾ ਪਹਿਲਾ ਮਾਤਾ ਪਿਤਾ ਨਾਲ ਮੋਹ ਜੁੜਦਾ ਸਾਧ ਸੰਗਤ 'ਚ, ਮਾਤਾ ਪਿਤਾ ਨੂੰ ਮਾਨਤਾ ਦਿੰਦਾ ਹੈ। ਜਦੋਂ ਕਿੰਨਾ ਚਿਰ, ਜਦੋਂ ਬੱਚੇ ਦਾ ਸੰਸਾਰਿਕ ਸੰਬੰਧ ਹੋ ਗਿਆ, ਮਾਤਾ ਪਿਤਾ ਨਾਲ ਮੋਹ ਟੁੱਟ ਗਿਆ, ਫਿਰ ਔਰਤ ਨਾਲ ਜੁੜ ਗਿਆ ਸਾਧ ਸੰਗਤ 'ਚ। ਉਹ ਹੁਣ ਪਿੱਛੇ ਰਹਿ ਗਏ ਗੁਰੂ ਦੇ ਪਿਆਰੇ ਹੋ, ਤੁਸੀਂ ਕਹੋ ਤੇ ਮੈਂ ਕਹਣਾ। ਹੁਣ ਫਿਰ ਕਹਿੰਦੇ ਨੇ ਮਾਤ ਪਿਤਾ ਬਨਿਤਾ ਸੁਤ, ਅੱਗੋਂ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਕੋਈ ਬੱਚਾ ਦੇ ਦਿੱਤਾ ਹੈ। ਫਿਰ ਉਸ ਬੱਚੇ ਨਾਲ ਮੋਹ ਪੈਦਾ ਹੋ ਗਿਆ। ਕਿੰਨਾ ਕੁ ਮੋਹ ਪੈਦਾ ਹੋ ਗਿਆ, ਨਾ ਕਥਾ, ਨਾ ਕੀਰਤਨ, ਨਾ ਸੇਵਾ, ਨਾ ਸਿਮਰਨ। ਬਸ ਇਹਦੇ ਵਾਸਤੇ ਕਰ ਲਓ ਸਾਧ ਸੰਗਤ 'ਚ, ਜੋ ਜੁੜਦਾ ਜੋੜ ਲਓ ਗੁਰੂ ਦੇ ਪਿਆਰ। ਨਾ ਕੋਈ ਨਿਤ ਨਹੀਂ, ਪਾਠ ਪੂਜਾ ਸਭ ਛੱਡ ਦਿੱਤੀ ਹੈ, ਛੁੱਟ ਗਈ ਹੈ। ਬਸ ਕਾਹਦੇ ਵਾਸਤੇ, ਇਹਦੇ ਵਾਸਤੇ ਬਣਾਓ ਕੋਈ ਸਾਧ ਸੰਗਤ 'ਚ। ਸੰਸਾਰ ਦਾ ਚੱਲਦੇ ਆਪਾਂ ਸਾਰੇ ਵਿੱਚ, ਮੈਂ ਵੀ ਤੁਹਾਡੇ ਵਿੱਚ ਹੀ ਹਾਂ, ਮੈਂ ਵਿੱਚ ਹੀ ਤੁਹਾਡੇ ਸਾਧ ਸੰਗਤ 'ਚ। ਕਹਿੰਦੇ ਨੇ ਮਾਤ ਪਿਤਾ ਬਨਿਤਾ ਸੁਤ, ਤੇ ਫਿਰ ਸੰਪਤ ਬਣਾਓ, ਸੰਪਤਾ ਚੀਜ਼ਾਂ ਬਣਾਓ। ਕਬੀਰ ਕਹਿੰਦਾ ਕਿਤਨੇ ਕਮਾਲ ਦੀ ਗੱਲ ਹੈ। ਮਾਤਾ ਪਿਤਾ ਨਾਲ ਮੋਹ ਟੁੱਟ ਗਿਆ ਤੇ ਇਸਤਰੀ ਨਾਲ ਜੁੜ ਗਿਆ, ਇਸਤਰੀ ਨਾਲ ਮੋਹ ਟੁੱਟਾ, ਬੱਚੇ ਨਾਲ ਜੁੜ ਗਿਆ, ਬੱਚੇ ਨਾਲ ਜੁੜਿਆ, ਫਿਰ ਸੰਪਤੀ ਪਦਾਰਥਾਂ ਨਾਲ ਮੋਹ ਜੁੜ ਗਿਆ। ਕਹਿੰਦੇ ਨੇ ਕਹਿਤ ਕੋਈ ਰਾਹ ਭਜ ਬਉਰੇ, ਉਹ ਇਹਨਾਂ ਸ਼ਦਾਈ ਹੋ ਗਿਆ ਤੂੰ ਮਨੁੱਖਾ, ਇਹਨਾਂ ਬਾਪ ਸ਼ਦਾਈ ਹੋ ਗਿਆ ਤੂੰ। ਤੇਰਾ ਤਾਂ ਜਨਮ ਅਕਾਰ ਤੇ ਜਾਂਦਾ ਪਿਆ ਸਾਧ ਸੰਗਤ 'ਚ, ਤੇਰਾ ਜਨਮ ਵਿਅਰਥ ਜਾਂਦਾ ਪਿਆ ਗੁਰੂ ਦੇ ਪਿਆਰਿਓ। ਕਬੀਰ ਆਪਣੀ ਵਿਚਾਰ ਦਿੰਦਾ ਪਿਆ ਸਾਧ ਸੰਗਤ 'ਚ। ਇਸ ਵਾਸਤੇ ਮਹਾਤਮਾ ਕਹਿੰਦੇ ਨੇ ਸੱਜਣੋ, ਮਾਤਾ ਪਿਤਾ ਹਰੇਕ ਨੂੰ ਮਿਲਦਾ ਨਹੀਂ ਸਾਧ ਸੰਗਤ 'ਚ। ਇਹਦੇ ਤੇ ਬਹੁਤ ਪ੍ਰਮਾਣ ਨੇ ਸੱਜਣੋ, ਇਹਦੇ ਤੇ ਇਸ ਗੱਲ ਦੇ ਉੱਤੇ ਭਈ ਉਹ ਮਾਤਾ ਪਿਤਾ ਨੇ ਆਪਣੇ ਬੱਚੇ ਨੂੰ ਉਪਦੇਸ਼ ਦੇ ਕੇ ਰਾਜੇ ਬਣਾ ਦਿੱਤਾ ਸਾਧ ਸੰਗਤ 'ਚ। ਜਦੋਂ ਤੋਂ ਲੈ ਕੇ ਉਸ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਮਾਤਾਵਾਂ ਬੱਚਿਆਂ ਨੂੰ ਜਨਮ ਦਿੱਤੇ ਨੇ, ਦੇਣੀ ਤੇ ਦੇਣਗੀਆਂ ਸਾਧ ਸੰਗਤ 'ਚ। ਕੁਦਰਤ ਦਾ ਅਸੂਲ ਹੈ ਗੁਰੂ ਦੇ ਪਿਆਰਿਓ। ਪਰ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਸਿਰਫ 2.5 ਮਾਵਾਂ ਦਾ ਜ਼ਿਕਰ ਆਇਆ ਸਾਧ ਸੰਗਤ 'ਚ। ਇਹ ਤਾਂ ਨਹੀਂ ਵੀ ਜਨਮ ਨਹੀਂ ਦਿੱਤੇ, ਦੇ ਰਹੀਆਂ ਨੇ, ਦੇਣਗੀਆਂ ਸਾਧ ਸੰਗਤ 'ਚ। ਪਰ 2.5 ਮਾਵਾਂ ਨਾਲ ਗਿਣਤੀ ਆ ਗਈ। ਕਿਉਂ ਗਿਣਤੀ ਆ ਗਈ? ਕੋਈ ਮਾਂ ਕਹਿੰਦੀ ਹੈ ਮੇਰਾ ਪੁੱਤਰ ਜੱਜ ਬਣੇ, ਮੇਰਾ ਪੁੱਤਰ ਤਹਿਸੀਲਦਾਰ ਬਣੇ, ਮੇਰਾ ਪੁੱਤਰ ਥਾਣੇਦਾਰ ਬਣੇ, ਪ੍ਰਾਈਮ ਮਿਨਿਸਟਰ ਬਣੇ, MLA ਬਣੇ। ਇਹਨਾਂ ਨੇ ਆਪਣੇ ਪੁੱਤਰਾਂ ਨੂੰ ਸਾਧ ਸੰਗਤ ਨਾਲ ਜੋੜਿਆ ਸਾਧ ਸੰਗਤ 'ਚ, ਨਾਮ ਨਾਲ ਜੋੜਿਆ ਗੁਰੂ ਦੇ ਪਿਆਰਿਓ। ਨਾਮ ਨਾਲ ਜੋੜ ਕੇ, ਸਤ ਸੰਗ ਨਾਲ ਜੋੜ ਕੇ, ਤੇ ਜਿੰਨਾ ਚਿਰ ਚੰਦ ਅਸਮਾਨ ਜਿਮੀ ਤੇ ਸੂਰਜ ਗੁਣ 2.5 ਮਾਵਾਂ ਦਾ ਨਾਂ ਰਹੇਗਾ ਸਾਧ ਸੰਗਤ 'ਚ। ਤੁਸੀਂ ਪੜ੍ਹਦੇ ਰਹੋਗੇ, ਸੁਣਦੇ ਰਹੋਗੇ। ਕਿਉਂ? ਉਹਨਾਂ ਨੇ ਆਖਿਆ ਇਹ ਪੁੱਤਰ ਕੰਮ ਕਰੋ ਸਾਧ ਸੰਗਤ 'ਚ। ਧਰੂ ਦੀ ਮਾਤਾ ਪਹਿਲਾ ਨੰਬਰ ਆ ਗਿਆ ਸਾਧ ਸੰਗਤ 'ਚ। ਫਰੀਦ ਦੀ ਮਾਤਾ ਅੱਧੀ ਗੋਪੀ ਚੰਦ ਦੀ ਸਾਧ ਸੰਗਤ 'ਚ, ਅੱਧੀ ਆਈ ਗੁਰੂ ਦੇ ਪਿਆਰੇ। ਇਹਨਾਂ 2.5 ਮਾਵਾਂ ਹਿੰਦੁਸਤਾਨ ਦੇ ਇਤਿਹਾਸ 'ਚ ਨਾ ਆ ਗਿਆ। ਬਾਕੀ ਜਨਮ ਦਿੰਦੀਆਂ ਨੇ ਪਈਆਂ ਸਾਧ ਸੰਗਤ 'ਚ, ਜਨਮ ਦੇਣਗੇ ਗੁਰੂ ਦੇ ਪਿਆਰਿਓ। ਇਸ ਵਾਸਤੇ ਸ਼ਾਸਤਰ ਤੇ ਸਾਡੀ ਗੁਰਬਾਣੀ ਕਹਿੰਦੀ ਆ ਪਈ ਉਹ ਜਿਸ ਮਾਂ ਪਿਤਾ ਦੇ ਵਿੱਚ ਇਹ ਗੁਣ ਹੈ ਉਹ ਹਰੇਕ ਨੂੰ ਮਿਲਦਾ ਨਹੀਂ ਗੁਰੂ ਦੇ ਪਿਆਰਿਓ। ਬਾਲਮੀਕ ਰਸਤੇ 'ਚ ਬੈਠਾ, ਪੁਲੇ ਪਲਸਤ ਅਗਸਤ ਵਿਸ਼ਿਸ਼ਟ ਅਤਰੇ ਅੰਗਰੇ ਰਿਖੀ ਆ ਗਏ। ਜਦੋਂ ਉਹਨਾਂ ਦੇ ਬਸਤਰ ਵੇਖੇ ਨਾ ਬੜੇ ਸੋਹਣੇ ਸੋਹਣੇ, ਤੇ ਕਹਿੰਦਾ ਅੱਜ ਦਾ ਚੰਗਾ ਲੱਗ ਜਾਏਗਾ, ਅੱਜ ਦਾ ਲੱਗੇਗਾ। ਲਓ ਸਾਧ ਸੰਗਤ ਜੀ ਖਿਲਾਰ ਲਿਆ। ਕਹਿੰਦੇ ਕਿਉਂ ਖਿਲਾਰਿਆ ਜੀ? ਕਹਿੰਦੇ ਮੈਂ ਤੇ ਨਜ਼ਰ ਕਦੇ ਲਾਇਆ ਹੀ ਨਹੀਂ ਸੀ, ਮੈਂ ਤੇ ਨਜ਼ਰ ਕਦੇ ਲਾਇਆ ਹੀ ਨਹੀਂ ਸੀ।
ਇਹ ਦੂਰੇ ਮਨੁੱਖ ਵੇਖ ਕੇ ਮੈਂ ਘੋੜਾ ਤਿਆਰ ਕਰ ਲੈਂਦਾ ਸਾਂ। ਕਹਿੰਦੇ ਕਿਹਦੇ ਵਾਸਤੇ ਕਰਨਾ ਪਿਆ? ਇਹ ਤੁਸੀਂ ਸੁਣਦੇ ਹੋ ਸਾਧ ਸੰਗਤ 'ਚ। ਇਸੇ ਤਰ੍ਹਾਂ ਕਰਦਿਆਂ ਇੱਕ ਨੌਜਵਾਨ ਆਇਆ, ਇਹਨੇ ਮਾਰਿਆ ਘੋੜਾ ਤੇ 2 ਟੋਟੇ ਕਰਤੇ। ਜਦੋਂ ਉਹਦੀ ਤਲਾਸ਼ੀ ਕੀਤੀ, ਉਹ 'ਚ 2 ਟਕੇ ਨਿਕਲੇ ਸਾਧ ਸੰਗਤ 'ਚ। ਤੋਬਾ ਕਰ ਗਿਆ, ਘਰ ਚਲਾ ਗਿਆ, ਆਪਣਾ ਉਦਾਸੀ 'ਚ ਬੈਠਾ। ਉਹ ਇਹ 2 ਟਕੇ ਬਦਲੇ ਮੈਂ ਏਡਾ ਹੁਸਨ ਤੇ ਸੁੰਦਰ ਜਵਾਨੀ ਨੂੰ ਮਾਰਿਆ। ਅਗਲੇ ਪਲ ਉੱਠਿਆ ਹੀ ਨਾ। ਬਾਲਮੀਕ ਦੀ ਮਾਤ ਕਹਿੰਦੀ, ਪੁੱਤ ਸੂਰਜ ਚੜ੍ਹ ਗਿਆ, ਲੋਕੀ ਸਾਰੇ ਆਪ ਆਪਣੇ ਕੰਮਾਂ ਨੂੰ ਚੱਲ, ਤੂੰ ਅਜੇ ਮੰਜੇ ਤੇ ਪਿਆ ਮੈਂ। ਕਹਿੰਦਾ ਮਾਂ ਮੈਂ ਨਹੀਂ ਜਾਣਾ। ਇਹ ਕਿਉਂ? ਕੱਲ ਨਾ ਆਹ ਗੱਲ ਵਰਤੀ ਹੈ। ਇਹੋ ਟਕਾ ਕਿੱਥੇ ਹੀ? ਇਹ ਮੇਰੇ ਕੋਲ ਹੈ, ਇਹ ਲਿਆ ਦੇ ਮੈਨੂੰ। ਉਹ ਲੈ ਕੇ ਨਾ ਟਕਾ ਤੇ ਬਾਜ਼ਾਰ 'ਚ ਚਲੀ ਗਈ। ਉੱਥੋਂ ਨਾ ਮੱਛੀਆਂ ਦਾ ਪੂੰ ਖਰੀਦ ਲਿਆਂਦਾ, ਉਹਦੀ ਝੋਲੀ ਭਰ ਕੇ ਟਕੇ ਦੇ ਨਾਲ। ਬਾਲ ਮੈਨੂੰ ਕਹਿੰਦੀ, ਪੁੱਤ ਮੇਰੀ ਗੱਲ ਸੁਣ। ਹਾਂ ਮਾਂ ਦੱਸ। ਕਹਿੰਦੀ, ਪੁੱਤ ਵੇਖ, ਉਹ ਜਿਹੜਾ ਤੂੰ ਟਕਾ ਦਿੱਤਾ ਸੀ ਨਾ, ਆਹ ਵੇਖ ਸਾਡੇ ਕੋਲ ਕਈ ਡੰਗ ਨਹੀਂ ਮੁੱਕਣਾ। ਇਹਦੀ ਦਾਲ ਸਬਜ਼ੀ ਬਣਾਵਾਂਗੇ, ਕਈ ਡੰਗ ਨਹੀਂ ਮੁੱਕਣਾ। ਤੇ ਉਹ ਜਿਹੜਾ ਬੰਦਾ ਹੈ ਜਿਹਨੇ ਉਹ ਤੇਰੇ 2 ਟਕੇ ਦੇ ਇੰਨੇ ਜੀ ਮਾਰੇ ਨੇ, ਤੂੰ ਇੱਕ ਮਾਰ ਕੇ ਤੋਬਾ ਕਰ ਗਏ ਹੈ। ਫਿਰ ਤਿਆਰ ਕਰਤਾ ਸਾਧ ਸੰਗਤ 'ਚ, ਫਿਰ ਲੱਗ ਪਿਆ ਗੁਰੂ ਦੇ ਪਿਆਰ ਕਰਨ ਸਾਧ ਸੰਗਤ 'ਚ। ਦਾਸ ਪ੍ਰਾਰਥਨਾ ਕਰਦਾ ਪਿਆ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਪਏ, ਤਿਰਗੰਤ ਮਾਤ ਪਿਤਾ ਸਨੇਹੰ। ਮਾਤਾ ਪਿਤਾ ਹਰੇਕ ਨੂੰ ਮਿਲਦਾ ਨਹੀਂ ਸਾਧ ਸੰਗਤ 'ਚ। ਇਸ ਵਾਸਤੇ ਸੱਜਣੋ, ਆਪਾਂ ਨੇ ਆਪਣੇ ਕਿਉਂ ਕੰਮ ਬਹੁਤ ਜ਼ਰੂਰੀ ਏ, ਬੜਾ ਜ਼ਰੂਰੀ ਏ। ਵਿਦਿਆ ਵੀ, ਆਰਾਮ ਵੀ, ਇਹ ਵੀ ਇੱਕ ਜੀਵਨ ਦਾ ਹਿੱਸਾ ਹੈ ਸਾਧ ਸੰਗਤ 'ਚ। ਇਹ ਵੀ ਇੱਕ ਸਕੂਲ ਹੈ ਤੁਹਾਡਾ ਗੁਰੂ ਦੇ ਪਿਆਰਿਓ, ਜਿੱਥੋਂ ਬੱਚਿਆਂ ਨੂੰ ਪਤਾ ਲੱਗਣੇ ਪਰ ਅਸੀਂ ਕੀ ਹਾਂ, ਅਸੀਂ ਕੌਣ ਹਾਂ, ਇੱਥੋਂ ਪਤਾ ਲੱਗੇਗਾ ਸਾਧ ਸੰਗਤ 'ਚ। ਇਸ ਵਾਸਤੇ ਦਾਸ ਪ੍ਰਾਰਥਨਾ ਕਰਦਾ ਹੈ, ਯਤਨ ਕਰਿਆ ਕਰੋ। ਜੇ ਬੱਚੇ ਆਪਣੇ ਕੰਟਰੋਲ ਦੇ ਵਿੱਚ ਨੇ, ਆਪਣੇ ਆਖੇ ਦੇ ਵਿੱਚ ਨੇ, ਤੇ ਆਪਾਂ ਇਹ ਘੰਟਾ ਜਿਹੜਾ ਹੈ ਇਹ ਜ਼ਰੂਰ ਉਹਨੂੰ ਦਈਏ ਆਪਾਂ ਸਾਧ ਸੰਗਤ 'ਚ। ਇਹ ਹਰੇਕ ਨੂੰ ਮਿਲਦਾ ਨਹੀਂ ਗੁਰੂ ਦੇ ਪਿਆਰਿਓ। ਦੂਸਰਾ ਮਹਾਤਮਾ ਕਹਿੰਦੇ ਨੇ ਸੁਮੱਤ, ਇਹ ਹਰੇਕ ਨੂੰ ਨਹੀਂ ਮਿਲਦੀ ਸਾਧ ਸੰਗਤ 'ਚ। ਇੱਕ ਹੈ ਮੱਤ, ਇੱਕ ਹੈ ਕੁਮੱਤ, ਇੱਕ ਹੈ ਸੁਮੱਤ। ਸਾਧ 3 ਚੀਜ਼ਾਂ ਨੇ ਗੁਰੂ ਦੇ ਪਿਆਰਿਓ। ਸੁਮੱਤ ਉਸ ਪਰਮੇਸ਼ਰ ਨੇ ਮਨੁੱਖਾ ਦੇ ਦਿੱਤੀ ਸਾਧ ਸੰਗਤ 'ਚ। ਉਸ ਪਰਮੇਸ਼ਰ ਨੇ ਹੁਸਨ ਤੇ ਸੁੰਦਰਤਾ ਜਵਾਨੀ ਦਿੱਤੇ ਨੇ ਗੁਰੂ ਦੇ ਪਿਆਰਿਓ। ਉਸ ਪਰਮੇਸ਼ਰ ਨੇ ਸੁੱਖ ਦਿੱਤੇ ਨੇ ਸਾਧ ਸੰਗਤ ਜੀ। ਤੁਹਾਡੇ ਤੇ ਸਤਿਗੁਰੂ ਰਾਮ ਸਿੰਘ, ਸਤਿਗੁਰੂ ਜਗਜੀਤ ਸਿੰਘ ਦੀ ਮਹਾਨ ਕਿਰਪਾ ਹੈ। ਇੰਨਾ ਟਾਈਮ ਹੈ, ਉਹ ਮਜ਼ਦੂਰ ਲੋਕ ਜਿਨ੍ਹਾਂ ਨੂੰ ਸਿਰ ਖੁਰਕਣ ਨਹੀਂ ਮਿਲਦਾ, ਉਹ ਕਿਵੇਂ ਸਾਧ ਸੰਗਤ ਜਾ ਸਕਦੇ ਨੇ ਸਾਧ ਸੰਗਤ 'ਚ? ਕਿਵੇਂ ਤਰਸਦੇ ਨੇ ਪਏ ਲੋਕੀ ਗੁਰੂ ਦੇ ਪਿਆਰਿਓ। ਤੇ ਜੇ ਅਸੀਂ ਨਾ ਫਾਇਦਾ ਉਠਾਈਏ ਤੇ ਫਿਰ ਇਹ ਵੇਖੀ ਵੀ ਅਸੀਂ ਸਮੱਤ ਖਵਾਣੀ ਕਿ ਕੁਮੱਤ ਖਵਾਣੀ ਆ ਆਪਾਂ ਨੇ। ਇਸ ਵਾਸਤੇ ਹਰੇਕ ਨੂੰ ਸਮੱਤ ਮਿਲਦੀ ਨਹੀਂ ਸਾਧ ਸੰਗਤ ਜੀ। ਕਾਹਦੇ ਵਾਸਤੇ? ਚਲੀਏ, ਸਤਿਗੁਰੂ ਜਗਜੀਤ ਸਿੰਘ ਨੇ ਕਿਰਪਾ ਕੀਤਾ, ਆਹ ਬਸੰਤ ਦਾ ਤਿਉਹਾਰ ਮਨਾਉਣਾ, ਇਹ ਆਪਣਾ ਆਰੰਭ ਕੀਤਾ ਤੇ ਆਪਾਂ ਚੱਲ ਕੇ ਹਾਜ਼ਰੀ ਭਰੀਏ ਚੱਲ ਕੇ ਸਾਧ ਸੰਗਤ 'ਚ। ਇਹ ਸਮੱਤ ਹੈ ਗੁਰੂ ਦੇ ਪਿਆਰਿਓ। ਤੀਸਰਾ ਮਿੱਤਰ ਨਹੀਂ ਮਿਲਦਾ। ਥੋੜ੍ਹਾ ਆਪਾਂ ਗੱਲ ਕਰਾਂ, ਫਿਰ ਇੱਕੋ ਥਾਂ ਖਲੋਤੇ ਰਹਾਂਗੇ ਆਪਾਂ ਸਾਧ ਸੰਗਤ 'ਚ। ਤੀਸਰਾ ਮਿੱਤਰ ਨਹੀਂ ਕਿਸੇ ਨੂੰ ਮਿਲਦਾ ਸਾਧ ਸੰਗਤ 'ਚ। ਸ਼ੰਕਾਵਾਦੀ ਕਹਿੰਦਾ ਜੀ, ਤੁਸੀਂ ਸ਼ਾਮ ਨੂੰ ਬੈਠ ਕੇ ਨਾ, ਸਵੇਰੇ ਤੇ ਸ਼ਾਮ ਤੁਸੀਂ ਹਜ਼ਾਰਾਂ ਮਿੱਤਰ ਤਿਆਰ ਕਰ ਸਕਦੇ ਹੋ। ਇਹ ਕਿਹੜੀ ਗੱਲ ਹੈ? ਤੁਹਾਡੀ ਜ਼ੁਬਾਨ 'ਚ ਪੈਸੇ, ਤੁਹਾਡੀ ਜੇਬ 'ਚ ਪੈਸੇ ਨੇ, ਜਿੰਨੇ ਮਰਜ਼ੀ ਮਿੱਤਰ ਤਿਆਰ ਕਰ ਲਓ ਤੁਸੀਂ। ਪਰ ਮਿੱਤਰ ਕਿਹੜਾ? ਕਹਿੰਦੇ ਨੇ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ, ਹੋਂ ਟੰਡੇਂਦੀ ਜਗ ਸੁਭਾਇਆ, ਜਨ ਨਾਨਕ ਵਿਰਲੇ ਕੇ। ਉਹ ਮਿੱਤਰ ਹੈ ਸਾਧ ਸੰਗਤ 'ਚ, ਜਿਹੜਾ ਕਹਿੰਦਾ ਓਏ ਮਿੱਤਰ, ਆਹ ਕੰਮ ਕਰਾਂਗੇ ਸਾਡੀ ਨਿੰਦਿਆ ਹੋਵੇਗੀ, ਆਹ ਕੰਮ ਕਰਾਂਗੇ ਮਾਤਾ ਪਿਤਾ ਦੀ ਬੇਇੱਜ਼ਤੀ ਹੋਵੇਗੀ, ਆਹ ਕੰਮ ਕਰਾਂਗੇ ਆਪਣੀ ਕੌਮ, ਆਪਣਾ ਸਮਾਜ, ਆਪਣੇ ਸਤਿਗੁਰੂ ਤੱਕ ਗੱਲ ਚਲੀ ਜਾਏਗੀ ਸਾਧ ਸੰਗਤ 'ਚ। ਇਹ ਨਹੀਂ ਕੰਮ ਆਪਾਂ ਨੇ ਕਰਨਾ। ਉਹ ਮਿੱਤਰ ਹਰੇਕ ਨੂੰ ਮਿਲਦਾ ਨਹੀਂ ਸਾਧ ਸੰਗਤ 'ਚ। ਜਿਹਨੂੰ ਉਹ ਮਿੱਤਰ ਮਿਲਦਾ, ਵੱਡੇ ਭਾਗਾਂ ਵਾਲਾ ਜੀ ਇਹ ਗੁਰੂ ਦੇ ਪਿਆਰਿਓ। ਚੌਥਾ, ਗੁਰੂ ਨਹੀਂ ਮਿਲਦਾ ਕਿਸੇ ਨੂੰ ਸਾਧ ਸੰਗਤ 'ਚ। ਕਹਿੰਦੇ ਨੇ, ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ, ਹਾ ਸੰਦਿਆਂ ਖੇਲ ਲੰਦਿਆਂ, ਪੈ ਨੰਦਿਆਂ ਖਾ ਵੰਦਿਆਂ, ਵਿੱਚ ਹੀ ਹੋਵੇ ਮੁਕਤ ਸਾਧ ਸੰਗਤ 'ਚ। ਕਿਸ ਨੂੰ ਮਿਲਦਾ ਗੁਰੂ ਦੇ ਪਿਆਰਿਓ? ਜਦੋਂ 73 ਦੇ ਵਿੱਚ ਜਿਹੜਾ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ 1959 'ਚ ਸਰੀਰ ਦਾ ਲੱਗੇ ਨਾ ਤਿਆਗ ਕਰਨ, ਤੇ ਕਹਿੰਦੇ ਨੇ ਕਾਕੇ ਨੂੰ ਬੁਲਾਓ। ਇਤਿਹਾਸਕਾਰ ਜਿਹੜੇ ਕਿ ਸਮੇਂ ਦੇ ਦਰਸ਼ਕ ਸਨ, ਉਹਨਾਂ ਨੇ ਦੱਸਿਆ, ਇਹ ਉੱਥੇ ਨਾ ਇੱਕ ਸਟੂਲ ਜਿਹਾ ਰੱਖਿਆ ਸਾਧ ਸੰਗਤ 'ਚ,
ਸੱਚੇ ਪਾਤਸ਼ਾਹ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ, ਤੁਸੀਂ ਹੁਣ ਵੀ ਜਾ ਕੇ ਇਹ ਗੋਲ ਮੰਦਰ ਜਾਂ ਤੋਂ ਉੱਥੇ ਮੰਜਾ ਪਿਆ ਸਾਧ ਸੰਗਤ 'ਚ, ਪਲੰਘ ਪਿਆ ਗੁਰੂ ਦੇ ਪਿਆਰੇ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਉੱਤੇ ਬਿਰਾਜਮਾਨ ਸਨ। ਸ੍ਰੀ ਸਤਿਗੁਰੂ ਵਰਤਮਾਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜਾ ਕੇ ਬੈਠ ਗਏ। ਮਹਾਰਾਜ ਜੀ ਮੰਜੇ ਤੇ ਸਨ, ਉਹਨਾਂ ਦੇ ਭਾਵ ਸੱਚ ਪਾਤਸ਼ਾਹ ਨੂੰ ਮੁੱਠੀ ਚਾਪੀ ਕਰਦੇ ਸਨ ਪਏ ਸਾਧ ਸੰਗਤ 'ਚ। ਜਦੋਂ ਸੱਚੇ ਪਾਤਸ਼ਾਹ ਚਲੇ ਗਏ ਨਾ, ਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਕਾਕਾ ਤੇਰੇ ਤੇ ਬੜੀਆਂ ਜ਼ਿੰਮੇਵਾਰੀਆਂ ਨੇ। ਸੱਚੇ ਪਾਤਸ਼ਾਹ ਕੋਈ ਵਿਰਾਗ ਅਵਸਥਾ ਵਿੱਚ ਆ ਗਏ। ਆਪਣੀ ਗੱਲ ਨੂੰ ਸੰਪੂਰਨ ਕਰਦੇ ਕਰਦੇ ਕਹਿੰਦੇ, ਕਾਕਾ ਭਾਵੇਂ ਨਾ ਕੋਠਿਆਂ ਦੀਆਂ ਕੜੀਆਂ ਵਿਕ ਜਾਣ, ਪਰ ਜਿਹੜੇ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਰਸ਼ਨਾਂ ਦੇ ਨਿਮਿਤ 1.25 ਲੱਖ ਪਾਠ ਆਰੰਭ ਕੀਤਾ, ਇਹ ਨਾ ਵਿੱਚ ਰਹਿ ਜਾਏ ਕਿਤੇ। ਭਾਵੇਂ ਕੋਠਿਆਂ ਦੀਆਂ ਕੜੀਆਂ ਵਿਕ ਜਾਣ ਤੇ ਵਿਕ ਜਾਣ, ਪਰ ਉਹ ਸੰਪੂਰਨ ਕਰਨਾ ਸਾਧ ਸੰਗਤ 'ਚ। ਮੇਰੇ ਦੇ ਘਰ ਦਾ ਸੀ, ਆਪ ਸੱਜਣਾ ਚਰਨਾਂ ਦੇ ਵਿੱਚ ਪਿਆ। ਉਹ ਪਾਠਾਂ ਦੇ ਵਿੱਚ ਦਾਸ ਵੀ ਸ਼ਾਮਲ ਸੀ। ਅਸੀਂ ਨਾ ਆਹ ਬੋਰੀਆਂ ਦੇ ਆਸਣ ਬਣਾਏ ਸਨ ਸਾਧ ਸੰਗਤ 'ਚ, ਅਤੇ ਸਾਧਾਂ ਕੋਲ ਬੋਰੀਆਂ ਦੇ ਆਸਣ ਸਨ। ਸੱਚੇ ਪਾਤਸ਼ਾਹ ਨੇ ਸਭ ਸਿੱਖਾਂ ਨੂੰ ਇਕੱਠਿਆਂ ਕਰ ਲਿਆ। ਇਕੱਠਿਆਂ ਕਰਕੇ ਆਉਂਦੇ ਨੇ, ਆ ਕੇ ਚੁੱਕੀ ਫਿਰਦੇ ਹੋ, ਵਧੀਆ ਆਸਣ ਰੱਖੋ ਹਾਂ ਤੁਸੀਂ ਆਪਣੇ ਕੋਲ ਲੈ ਕੇ ਸਾਧ ਸੰਗਤ 'ਚ, ਵਧੀਆ ਆਸਣ ਰੱਖੋ ਹਾਂ। ਸਾਰੇ ਬਦਲ ਦਿੱਤੇ ਗੁਰੂ ਦੇ ਪਿਆਰੇ, ਵਧੀਆ ਵਧੀਆ ਆਸਣ ਰੱਖੇ ਬਣਾਏ ਪਏ ਸਾਧ ਸੰਗਤ ਜੀ। ਕਹਿੰਦੇ ਨੇ, ਨਾਨਕ ਸਤਿਗੁਰੂ ਭੇਟਿਆ ਪੂਰੇ ਹਾਸ ਸੰਦਿਆਂ, ਖੇਲ ਲੈਂਦਿਆਂ ਖਾ ਬੰਦਿਆਂ ਵਿੱਚ ਹੀ ਹੋਵੇ ਮੁਕਤ। ਆਹ ਸਤਿਗੁਰੂ ਦੇ ਕੰਮ ਜੇ ਸਾਧ ਸੰਗਤ 'ਚ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ, ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸੰਦੇਸ਼, ਵਧੀਆ ਤੋਂ ਵਧੀਆ ਖਾਇਆ ਕਰੋ, ਵਧੀਆ ਤੋਂ ਵਧੀਆ ਹੰਡਾਇਆ ਕਰੋ, ਵਧੀਆ ਤੋਂ ਵਧੀਆ ਸੁੱਖ ਲਵੋ, ਪਰ ਜਿੱਥੇ ਧਰਮ ਦਾ ਕੰਮ ਉੱਥੇ ਆਂਚ ਨਾ ਆਵੇ ਸਾਧ ਸੰਗਤ। ਸਤਿਗੁਰੂ ਪ੍ਰਸੰਨ ਹੀ ਪ੍ਰਸੰਨ ਤੁਹਾਡੇ ਤੇ ਸਾਧ ਸੰਗਤ 'ਚ, ਪ੍ਰਸੰਨ ਹੀ ਪ੍ਰਸੰਨ ਗੁਰੂ ਦੇ ਪਿਆਰੇ। ਇਸ ਵਾਸਤੇ ਸ਼ਾਸਤਰ ਕਹਿੰਦਾ ਪਿਆ, ਆਹ 4 ਚੀਜ਼ਾਂ ਹਰੇਕ ਨੂੰ ਮਿਲਦੀਆਂ ਨਹੀਂ, ਜਿਹਨੂੰ ਮਿਲੀਆਂ ਨੇ ਨਾ ਉਹ ਬੜੇ ਵੱਡੇ ਭਾਗਾਂ ਵਾਲਾ ਸਾਧ ਸੰਗਤ 'ਚ, ਉਹ ਬੜੇ ਵੱਡੇ ਭਾਗਾਂ ਵਾਲਾ ਗੁਰੂ ਦੇ ਪਿਆਰੇ। ਇਸ ਵਾਸਤੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਪਏ, ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਭਰਾਤ ਬਾਂਧਵਾ। ਉਸ ਭਰਾ ਦੇ ਪਿਆਰ ਨੂੰ ਵੀ ਤ੍ਰਿਗ ਹੈ ਜਿਹੜਾ ਸਾਧ ਸੰਗਤ ਸਵੇਰੇ ਅੰਮ੍ਰਿਤ ਵੇਲੇ ਉੱਠਣ ਦਾ, ਸਿਮਰਨ ਕਰਨ ਦਾ, ਕਥਾ ਚਾਉਣ ਦਾ ਵਿੱਚ ਅਣਕਾਰੀ ਕਰਦਾ ਸਾਧ ਸੰਗਤ 'ਚ, ਅਣਕਾਰੀ ਕਰਦਾ। ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਭਰਾਤ ਬਾਂਧਵਾ ਤ੍ਰਿਗ ਸਨੇਹ ਬਣਤਾ ਬਿਲਾਸੁਤਹਾ। ਸੰਸਾਰ 'ਚ ਇਸਤਰੀ ਦੇ ਮੋਹ ਨੂੰ ਬੜੀ ਮਾਨਤਾ ਦਿੱਤੀ ਹੈ ਸਾਧ ਸੰਗਤ 'ਚ। ਉਸ ਇਸਤਰੀ ਦੇ ਮੋਹ ਤੇ ਪਿਆਰ ਨੂੰ ਤ੍ਰਿਗ ਹੈ, ਇਸੇ ਕੰਮ 'ਚ ਲੱਗ ਜਾਣਾ ਜੇ। ਜਿਹੜੀ ਸਾਧ ਸੰਗਤ ਤੋਂ ਜਾਣ ਨੂੰ ਰੋਕਦੀ ਹੈ, ਅੰਮ੍ਰਿਤ ਵੇਲੇ ਉੱਠਣ ਤੋਂ ਰੋਕਦੀ ਹੈ, ਉਹਨੂੰ ਵੀ ਤ੍ਰਿਗ ਹੈ ਸਾਧ ਸੰਗਤ 'ਚ। ਕਹਿੰਦੇ ਨੇ ਉਸ ਇਸਤਰੀ ਦੇ ਮੋਹ ਨੂੰ ਵੀ, ਉਸ ਇਸਤਰੀ ਦੇ ਪ੍ਰੇਮ ਤੇ ਪਿਆਰ ਨੂੰ ਵੀ ਤ੍ਰਿਗ ਹੈ। ਨਿਤਨੇਮ ਵੀ ਛੱਡ ਦਿੱਤਾ ਹੈ, ਆਪਣਾ ਕਰਮਕਾਂਡ ਹੀ ਛੱਡ ਦਿੱਤਾ ਹੈ, ਪਾਠ ਪੂਜਾ ਹੀ ਛੱਡ ਦਿੱਤੀ ਜੇ ਸਾਧ ਸੰਗਤ 'ਚ। ਕਹਿੰਦੇ ਨੇ ਇਹਨਾਂ ਬੱਚਿਆਂ ਲੱਗ ਕੇ, ਇਹਨਾਂ ਘਰ ਦੇ ਕੰਮਾਂ 'ਚ ਲੱਗ ਕੇ ਨਿਤਨੇਮ ਛੱਡ ਦਿੱਤਾ ਜੇ, ਪਾਠ ਪੂਜਾ ਛੱਡਤਾ ਸਾਧ ਸੰਗਤ 'ਚ, ਤ੍ਰਿਗ ਹੈ। ਕਹਿੰਦੇ ਨੇ, ਸਾਧ ਸੰਗ ਸਨੇ ਸਤਿੰਗ ਸੁਖਿੰਗ ਬਸੰਤ ਨਾਨਕਾ। ਸੱਚਾ ਤੇ ਸੁੱਚਾ ਪਿਆਰ ਕਿਹੜਾ ਹੈ? ਅੱਜ ਤੇ ਤੁਸੀਂ ਬੈਠੇ ਹੋ ਸਾਧ ਸੰਗਤ 'ਚ। ਉਹ ਇੱਕ ਪਾਸੇ ਦੁਨੀਆ ਹੈ ਜਿਹਦੇ ਨਾਲ ਆਪਾਂ ਪਿਆਰ ਕਰਦੇ ਹਾਂ ਪਏ, ਪਰ ਕਹਿੰਦੇ ਨੇ ਸੱਚਾ ਤੇ ਸੁੱਚਾ ਪਿਆਰ ਕਿਹੜਾ ਹੈ? ਆਹ ਤੁਹਾਡਾ ਸਤ ਸੰਗਤ ਸਾਧ ਸੰਗਤ 'ਚ। ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਇਹਨਾਂ ਵਾਕਾਂ ਦੇ ਅਨੁਸਾਰ ਆਪ ਜੀ ਨੂੰ ਵੱਡੇ ਭਾਗਾਂ ਵਾਲੇ ਆਖਿਆ ਜਾਂਦਾ ਹੈ, ਜਿਹੜੇ ਕਿ ਦੂਰ ਨੇੜੇ ਤੋਂ ਆਪਣੀ ਸਾਰੀ ਦਿਹਾੜੀ ਦੀ ਥਕਾਵਟ ਦੀ ਨਾ ਪਰਵਾਹ ਕਰਦੇ ਹੋਏ, ਆਪਣੇ ਸਤਿਗੁਰੂ ਜੀ ਦੇ ਆਗਮਨ ਦੀ ਖੁਸ਼ੀ ਦੇ ਨਿਮਿਤ, ਉਸ ਪ੍ਰਕਾਸ਼ ਉਤਸਵ ਦਿਹਾੜੇ ਦੀ ਖੁਸ਼ੀ ਦੇ ਨਿਮਿਤ, ਬਸੰਤ ਪੰਚਮੀ ਦਾ ਮੇਲਾ ਮਨਾਉਣ ਦੀ ਖੁਸ਼ੀ ਦੇ ਨਿਮਿਤ ਆ ਕੇ ਹਾਜ਼ਰੀਆਂ ਭਰਦੇ ਹੋ। ਜੋੜੋ ਮਨਾਂ ਨੂੰ, ਜਿਸ ਤਰ੍ਹਾਂ ਗ੍ਰੰਥਾਕਾਰ ਜੀ ਬਿਆਨ ਕਰਨਗੇ। ਆਪ ਰਸਨਾ ਕਰਕੇ ਗੁਰਸਿਮਰਨ ਕਰੋ, ਸਰਵਣਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਜਸ ਆਪ ਇਸ ਨੂੰ ਸਰਵਨ ਕਰੋ। ਕਾਲ ਕੀਤ ਚੜ ਨਗਰ ਤੇ ਕੀਨੋ ਜੋਧ ਅਪਾਰ। ਤੁਹਾਡਾ ਇਤਿਹਾਸ ਸ੍ਰੀ ਭਗਵਾਨ ਰਾਮਚੰਦਰ ਤੋਂ ਸ਼ੁਰੂ ਕੀਤਾ ਤੇ ਸ੍ਰੀ ਰਾਮ ਸਤਿਗੁਰੂ ਰਾਮ ਸਿੰਘ ਤੇ ਲਿਆ ਕੇ ਖਿਲਾਰ ਦੇਣਾ ਸਾਧ ਸੰਗਤ 'ਚ। ਰਾਮ ਤੋਂ ਸ਼ੁਰੂ ਕਰਕੇ ਤੇ ਰਾਮ ਤੇ ਖਿਲਾਰ ਦੇਣਾ ਗੁਰੂ ਦੇ ਪਿਆਰੇ। ਆਪ ਇਤਿਹਾਸ ਸਰਵਣ ਕਰ ਰਹੇ ਹੋ, ਭਾਵ ਇਹ ਬੰਸ ਚੱਲਦੀ ਹੈ ਪਈ। ਗੁਰੂ ਨਾਨਕ ਕਿਸ ਬੰਸ ਦੇ ਵਿੱਚ ਹੋਏ, ਦਸਮੇਸ਼ ਪਾਤਸ਼ਾਹ ਕਿਸ ਬੰਸ ਵਿੱਚ ਆਏ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿਸ ਬੰਸ ਵਿੱਚ ਆਏ, ਇਹ ਆਪਣੇ ਇੱਕ ਕਰਨੀ ਹੈ ਸਾਧ ਸੰਗਤ 'ਚ। ਇੱਕੋ ਹੀ ਬੰਸ ਚੱਲਦੀ ਪਈ ਗੁਰੂ ਦੇ ਪਿਆਰੇ। ਇਸ ਵਾਸਤੇ ਇਹ ਸ੍ਰੀ ਭਗਵਾਨ ਚੰਦਰ ਰਾਜ ਤੇ ਬੈਠੇ, ਰਾਜ ਕੀਤਾ, ਲਹੂ ਕਛੂ ਆਏ,
ਉਹਨਾਂ ਤੋਂ ਬਾਅਦ ਗ੍ਰੰਥਾਕਾਰ ਕਹਿੰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ, ਐ ਭਾਈ ਵਿਦਿਆ, ਜੇ ਮੈਂ ਸਾਰੇ ਨਾਂ ਦੱਸਾਂ ਤੇ ਮੇਰਾ ਗ੍ਰੰਥ ਬਹੁਤ ਵੱਧ ਜਾਵੇਗਾ, ਟਾਈਮ ਬੜਾ ਲੱਗੇਗਾ। ਇਹਨਾਂ ਕੁੱਲਾਂ ਦੇ ਵਿੱਚ ਕਾਲ ਕਰਾਏ ਤੇ ਕਾਲ ਕੇਤ ਦੋ ਰਾਜੇ ਆ ਗਏ ਸਾਧ ਸੰਗਤ ਜੀ। ਇੱਕ ਦਾ ਨਾਂ ਕਾਲ ਕੇਤ ਸੀ, ਇੱਕ ਦਾ ਨਾਂ ਕਾਲ ਰਾਏ ਸੀ ਸਾਧ ਸੰਗਤ ਜੀ। ਕਾਲ ਕੇਤ ਕਾਲ ਰਾਏ ਲਹੂ ਦੀ ਬੰਸ ਵਿੱਚ, ਕਾਲ ਕੇਤ ਕਸ਼ੂ ਦੀ ਬੰਸ ਦੇ ਵਿੱਚ, ਇਹ ਦੋਵੇਂ ਰਾਜੇ ਲੱਗੇ ਰਾਜ ਕਰਨ। ਕਾਲ ਰਾਏ ਕੀ ਅੰਸ ਜੋ ਮਾਰ ਲਾਹੌਰ ਨਿਕਾਰ। ਤੁਸੀਂ ਗੁਰਬਾਣੀ ਪੜ੍ਹਦੇ ਹੋ, ਕਹਿੰਦੇ ਨੇ ਸਰਬ ਸ੍ਰਿਸ਼ਟ ਤੋਂ ਰਾਜਾ ਦੁਖੀਆ। ਇਹ ਗੱਲ ਤੁਹਾਡੇ ਮੰਨਣ ਚ ਆਉਂਦੀ ਹੈ? ਗੁਰਬਾਣੀ ਕਰਕੇ ਮੰਨਦੇ ਆ ਇਹਨੂੰ ਸਿਰਫ। ਸਗਲ ਮੇਰੇ ਕੋ ਖੇਮਾ ਕਰਨਾ ਜੀ, ਮੇਰੇ ਕੋ ਸਰਬ ਨਿਕਲ ਗਿਆ। ਸਗਲ ਸ੍ਰਿਸ਼ਟ ਤੋਂ ਰਾਜਾ ਦੁਖੀਆ, ਪਾਠ ਹੈ ਵੇ ਸਾਧ ਸੰਗਤ ਜੀ, ਸਗਲ ਸ੍ਰਿਸ਼ਟ ਤੋਂ ਰਾਜਾ ਦੁਖੀਆ। ਇਹ ਗੱਲ ਤੁਹਾਡੇ ਮੰਨਣ ਚ ਆਉਂਦੀ ਹੈ? ਕਿਸ ਗੱਲ ਦੀ ਤਕਲੀਫ ਹੈ ਰਾਜੇ ਨੂੰ? ਭਾਵ ਕੋਈ ਫੌਜਾਂ ਦੀ ਕਮੀ ਨਹੀਂ, ਧਨ ਦੀ ਕਮੀ ਨਹੀਂ, ਮਾਣ ਸਤਿਕਾਰ ਦੀ ਕਮੀ ਨਹੀਂ। ਕਮੀ ਕਿਸ ਗੱਲ ਦੀ ਹੈ? ਸੰਤੋਖ ਨਹੀਂ ਸਾਧ ਸੰਗਤ ਜੀ। ਜੇ ਤੇ ਕਿਸੇ ਰਾਜੇ ਨੂੰ ਸੰਤੋਖ ਨਹੀਂ, ਉਹ ਕੰਗਾਲ ਦੇ ਬਰਾਬਰ ਹੈ। ਜੇ ਕਿਸੇ ਕੰਗਾਲ ਨੂੰ ਸੰਤੋਖ ਆ ਗਿਆ, ਉਹ ਰਾਜੇ ਦੇ ਬਰਾਬਰ ਹੈ ਸਾਧ ਸੰਗਤ ਜੀ। ਸੰਤੋਖ ਐਸੀ ਚੀਜ਼ ਹੈ, ਕਹਿੰਦੇ ਨੇ ਸਮ ਸੰਤੋਖ ਨਾ ਔਰ ਸੁਖ, ਤਪ ਨਾ ਖਿਮਾ ਸਮਝਾਣ, ਬ੍ਰਹਮ ਗਿਆਨ ਸਮਧਾਨ, ਨਾ ਧਰਮ ਨਾ ਦਇਆ ਸਮਾਨ। ਸਾਧ ਸੰਗਤ ਜੀ, ਸਮ ਸੰਤੋਖ ਨਾ ਔਰ ਸੁਖ, ਸੰਤੋਖ ਦੇ ਬਰਾਬਰ ਹੋਰ ਕੋਈ ਸੁਖ ਨਹੀਂ ਸੰਸਾਰ ਤੇ ਗੁਰੂ ਦੇ ਪਿਆਰੇ। ਏਡਾ ਵੱਡੀ ਚੀਜ਼ ਹੈ ਸਾਧ ਸੰਗਤ ਜੀ। ਕਹਿੰਦੇ ਨੇ ਸਮ ਔਰ ਤਪ ਨਾ ਖਿਮਾ ਸਮਝਾਣ। ਸਾਰਿਆਂ ਤੋਂ ਵੱਡਾ ਤਪ ਕਿਹੜਾ ਹੈ? ਕਿਸੇ ਨੂੰ ਖਿਮਾ ਕਰ ਦੇਣਾ ਸਾਧ ਸੰਗਤ ਜੀ। ਕਿਆ ਧਿਆਨ ਰੱਖਿਓ ਜੇ, ਇਹ ਨਾ ਸਮਝੋ ਵੀ ਮਾਲਾ ਫੇਰਨੀਆਂ ਬੜੀਆਂ ਨੇ, ਗੁਰਬਾਣੀ ਪੜ੍ਹਨੀ ਬੜੀ ਹੈ, ਕਥਾ ਕੀਰਤਨ ਕਰਨਾ ਬੜਾ ਹੈ, ਤੇ ਜੇ ਕੋਈ ਗਾਲ ਕੱਢੇ ਨਾ ਤੇ ਆਖਿਆ ਤੇਰੇ ਗੱਲ ਲਾ ਦਿਆਂਗਾ ਤੇਰਾ ਸਾਧ ਸੰਗਤ ਜੀ। ਇਹ ਨਾ ਕਰਿਆ ਕਰੋ ਗੁਰੂ ਦੇ ਪਿਆਰਿਓ। ਸਭ ਤੋਂ ਵੱਡਾ ਤਾਪ ਹੈ, ਉਹਨੂੰ ਮਾਫ ਕਰ ਦਿਓ ਸਾਧ ਸੰਗਤ ਜੀ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਤੁਸੀਂ ਬੜਾ ਸੁਣਦੇ ਹੋ, ਕਹਿੰਦੇ ਨੇ ਬੁਰੇ ਨਾਲ ਬੁਰਿਆਈ ਕਰਨੀ ਤੇ ਮਾਫ ਕਰਨ ਕਈ ਸਿਆਣੇ। ਸਾਧ ਸੰਗਤ ਜੀ, ਇਹ ਬਹੁਤ ਔਖੀ ਗੱਲ ਹੈ ਗੁਰੂ ਦੇ ਪਿਆਰੇ, ਬੜੀ ਔਖੀ ਗੱਲ ਹੈ ਸਾਧ ਸੰਗਤ ਜੀ। ਤੇ ਭਲੇ ਨਾਲ ਭਲਾਈ ਕਰਨ ਤੇ ਸਾਰਾ ਸੰਸਾਰ ਕਰਦਾ ਹੀ ਹੈ ਪਿਆ ਸਾਧ ਸੰਗਤ ਜੀ, ਪਰ ਬੁਰੇ ਨਾਲ ਭਲਾਈ ਕਰਨੀ, ਇਹ ਗੁਰੂ ਨਾਨਕ ਹੀ ਜਾਣਦਾ ਗੁਰੂ ਦੇ ਪਿਆਰੇ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਸਮ ਸੰਤੋਖ ਨਾ ਔਰ ਸੁਖ, ਤਪ ਨਾ ਖਿਮਾ ਸਮਝਾਣ, ਬ੍ਰਹਮ ਗਿਆਨ ਸਮਧਾਨ ਨਾ। ਬੜਾ ਧਿਆਨ ਦਿਓ ਜੇ ਗੱਲ ਤੇ ਸਾਧ ਸੰਗਤ ਜੀ। ਸੰਸਾਰ 'ਚ ਸਾਰੇ ਪਾਪਾਂ ਤੋਂ ਵੱਡਾ ਪਾਪ ਕਿਹੜਾ ਹੈ? ਸਭ ਧਿਆਨ ਦਿਓ ਜੇ ਮੇਰੀ ਗੱਲ ਦਾ, ਗੱਲ ਸ਼ਾਸਤਰ ਦੀ ਹੈ। ਸਾਰੇ ਪਾਪਾਂ ਤੋਂ ਵੱਡਾ ਪਾਪ ਕਿਹੜਾ? ਕਿਸੇ ਨੂੰ ਬੁਰੀ ਸਲਾਹ ਦੇਣੀ ਸਾਧ ਸੰਗਤ ਜੀ। ਲਓ, ਸਾਡੀ ਗਿਣਤੀ 'ਚ ਨਹੀਂ ਗੁਰੂ ਦੇ ਪਿਆਰੇ ਗੱਲ ਹੈ। ਸਭ ਪਾਪਾਂ ਤੋਂ ਵੱਡਾ ਪਾਪ ਹੈ ਕਿਸੇ ਨੂੰ ਬੁਰੀ ਸਲਾਹ ਦੇਣੀ ਗੁਰੂ ਦੇ ਪਿਆਰੇ। ਉਹਦੀ ਜ਼ਿੰਦਗੀ ਨਹੀਂ ਖਰਾਬ ਕਰਨੀ, 84 'ਚ ਪਾ ਦੇਣਾ। ਐਸੀ ਸਲਾਹ ਦੇਣੀ, ਉਹਦੀ ਜ਼ਿੰਦਗੀ ਦਾ ਸਵਾਲ ਨਹੀਂ, 84 ਲੱਖ ਜੂਨ ਦਾ ਸਵਾਲ ਬਣ ਜਾਂਦਾ ਫਿਰ ਸਾਧ ਸੰਗਤ ਜੀ। ਸਭ ਪਾਪਾਂ ਤੋਂ ਵੱਡਾ ਪਾਪ। ਸਾਰੇ ਪੁੰਨਾਂ ਤੋਂ ਵੱਡਾ ਪੁੰਨ ਕਿਹੜਾ ਹੈ? ਕਿਸੇ ਨੂੰ ਚੰਗੀ ਮੱਤ ਦੇਣੀ ਸਾਧ ਸੰਗਤ ਜੀ, ਚੰਗੀ ਸਲਾਹ ਦੇਣੀ ਗੁਰੂ ਦੇ ਪਿਆਰੇ। ਉਹਦੀ ਜ਼ਿੰਦਗੀ ਨਹੀਂ, ਉਹਦੀ 84 ਲੱਖ ਜੂਨ ਹੀ ਸਵਾਰ ਦੇਣੀ। ਇਹ ਧਿਆਨ ਦਿਓ ਜੇ ਗੱਲਾਂ ਤੇ, ਇਹ ਸ਼ਾਸਤਰ ਦੀਆਂ ਗੱਲਾਂ ਨੇ ਸਾਧ ਸੰਗਤ ਜੀ। ਉਹਨੂੰ ਇਹੋ ਜਿਹਾ ਉਪਦੇਸ਼ ਦੇਣਾ, ਇਹੋ ਜਿਹੀ ਸਲਾਹ ਦੇਣੀ, ਇਹੋ ਜਿਹੀ ਮੱਤ ਦੇਣੀ, ਉਹਦਾ 84 ਲੱਖ ਜੂਨ ਹੀ ਸਫਲ ਕਰਨਾ। ਬ੍ਰਹਮ ਗਿਆਨ ਸਮਦਾਨ ਨਾ, ਇਹਦੇ ਵਰਗਾ ਹੋਰ ਕੋਈ ਦਾਨ ਨਹੀਂ ਜੇ ਸਾਧ ਸੰਗਤ ਜੀ। ਕੀ ਲੱਗਦਾ ਸਾਡਾ? ਕਿਸੇ ਨੂੰ ਚੰਗੀ ਮਦਦ ਕੀ ਲੱਗੇਗਾ ਸਾਧ ਸੰਗਤ ਜੀ? ਆਹ ਸੈਂਕੜੇ ਹਜ਼ਾਰਾਂ ਲੱਖਾਂ ਕਰੋੜਾਂ ਰੁਪਈਆ ਆਪਾਂ ਦਾਨ ਕਰਨੇ ਆ, ਜੇ ਤੁਸੀਂ ਕਿਸੇ ਨੂੰ ਮਾੜੀ ਸਲਾਹ ਤੇ ਸਾਰੇ ਵਿਅਰਥ ਨੇ ਸਾਧ ਸੰਗਤ ਜੀ। ਸ਼ਾਸਤਰ ਇਹ ਕਹਿੰਦਾ ਪਿਆ ਗੁਰੂ ਦੇ ਪਿਆਰਿਓ। ਇਸ ਵਾਸਤੇ ਕਹਿੰਦੇ ਨੇ ਧਰਮ ਨਾ ਦਇਆ ਸਮਾਨ, ਤੇ ਸੰਸਾਰ ਤੇ ਦਇਆ ਕਰਨੀ ਵੱਡਾ ਧਰਮ ਹੈ ਸਾਧ ਸੰਗਤ ਜੀ। ਇੱਕ ਰਾਜਾ ਉਹ ਸ਼ਿਕਾਰ ਖੇਡਦਾ ਔਜ਼ਾਰ ਬੀਆ ਬਣ ਸ਼ਿਕਾਰ ਦਾ, ਜੂਏ ਦਾ, ਵਿਸ਼ੇ ਦਾ, ਵਿਕਾਰ ਦਾ ਸਵਾਦ ਬੜਾ ਭੈੜਾ ਸਾਧ ਸੰਗਤ ਜੀ। ਵਾਧਾ ਤੁਰਿਆ ਜਾਂਦਾ। ਇੱਕ ਐਸੀ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਇੱਕ ਸਾਧੂ ਬੈਠਾ ਸੀ ਸਾਧ ਸੰਗਤ ਜੀ। ਉਹ ਸਾਧੂ ਨੂੰ ਵੇਖ ਕੇ ਰਾਜਾ ਸ਼ਿਕਾਰ ਨੂੰ ਛੱਡਦਾ ਉੱਥੇ ਖਲੋ ਗਿਆ। ਕਹਿੰਦਾ ਕੀ ਜ਼ਿੰਦਗੀ ਇਹਦੀ? ਧੁੱਪ ਦੀ ਨਹੀਂ ਡੱਕਾ, ਬਾਰਿਸ਼ ਦਾ ਨਹੀਂ ਡੱਕਾ, ਸਰਦੀ ਦਾ ਨਹੀਂ ਡੱਕਾ, ਉਜਾੜ ਬੀਆ ਬਣ ਜੰਗਲ 'ਚ ਆ ਕੇ ਬਹਿ ਰਿਹਾ। ਖਾਣ ਦਾ ਨਹੀਂ, ਪੀਣ ਦਾ ਨਹੀਂ, ਕੋਈ ਰਹਿਣ ਦਾ ਨਹੀਂ। ਤੁਸੀਂ ਆਪਣੇ ਸੁੱਖ ਤੇ ਵੇਖੋ ਕਿੰਨੇ ਕੁ ਸੁੱਖ ਬਣਾਏ ਨੇ ਤੁਸੀਂ ਸਾਧ ਸੰਗਤ 'ਚ, ਕਿੰਨੇ ਕੁ ਸੁੱਖ ਬਣਾਏ ਜੇ। ਕਹਿੰਦਾ ਇਹਦੀ ਕੋਈ ਜ਼ਿੰਦਗੀ ਹੈ? ਇਹਦੀ ਕੋਈ ਜ਼ਿੰਦਗੀ ਇਹਦੀ? ਕਹਿੰਦਾ
ਰਾਜਾ ਕਹਿੰਦਾ ਉਹ ਸੰਤਾ ਓਏ ਉਹ ਰੱਬ ਦਿਆ ਜੀ ਆ, ਇੱਥੇ ਕੀ ਕਰਨਾ ਪਿਆ, ਕੀ ਕਰਨਾ ਪਿਆ? ਕਹਿੰਦਾ ਭਗਵਾਨ ਦੀ ਬੰਦਗੀ ਕਰਨਾ ਪਿਆ। ਕੀ ਹੋਏਗਾ? ਕਹਿੰਦਾ ਤੈਨੂੰ ਨਹੀਂ ਪਤਾ ਆ ਤੂੰ ਰਾਜ ਤੇ ਕਿਵੇਂ ਬੈਠਾ? ਦਾਨੰ ਪਰਾਪੂਰ ਬੇਣ ਪਚੰਤੇ ਮਹੀਪਤੇ। ਆ ਜਿਹੜੇ ਧਰਤੀ ਦੇ ਖਸਮ ਬਣਦੇ ਨੇ, ਆ ਜਿਹੜੇ ਤੁਹਾਨੂੰ ਸੁੱਖ ਮਿਲਦੇ ਨੇ ਨਾ, ਇਹਦੇ ਬੈਕ ਹੈ ਕੋਈ ਸਾਧ ਸੰਗਤ 'ਚ, ਇਹਦੇ ਬੈਕ ਹੈ ਗੁਰੂ ਦੇ ਪਿਆਰੇ। ਤੁਹਾਡੀ ਤੇ ਕੰਟਰੀ ਬਹੁਤ ਅੱਗੇ ਵੀ ਨਾ ਸਾਧ ਸੰਗਤ ਜੀ, ਪਰ ਮੈਂ ਤੁਹਾਨੂੰ ਇਸ਼ਾਰਾ ਲੱਗਾ ਕਰਨ। ਤੁਹਾਡੀ ਇੱਥੇ ਫੈਕਟਰੀਆਂ ਕੋਈ ਨਾ ਕੋਈ ਹੋਣਗੀਆਂ, ਕੋਈ ਦੁਕਾਨਾਂ ਹੋਣਗੀਆਂ, ਹੁਣ ਮੈਨੂੰ ਪਤਾ ਨਹੀਂ ਨਾ ਵੀ ਤੁਹਾਡੇ ਕਿਸ ਤਰ੍ਹਾਂ ਹੈ, ਪਰ ਸਾਡੇ ਤੇ ਆਮ ਗੱਲ ਚੱਲਦੀ ਨੇ ਪਈ ਤੁਸੀਂ ਆਪਣੀ ਜ਼ਮੀਨਾਂ ਦੇ ਵਾਸਤੇ ਨੌਕਰ ਰੱਖੇ ਨੇ, ਖੇਤੀਬਾੜੀ ਵਾਸਤੇ, ਫੈਕਟਰੀਆਂ ਵਾਸਤੇ ਮਜ਼ਦੂਰ ਰੱਖੇ ਜੇ, ਆਪਣੇ ਘਰਾਂ ਦੇ ਵਿੱਚ ਕੰਮ ਕਾਰ ਕਰਨ ਵਾਸਤੇ ਆਪਾਂ ਮਜ਼ਦੂਰ ਰੱਖ ਲੈਂਦੇ ਹਾਂ, ਆਪਣਾ ਸੇਵਾਦਾਰ ਰੱਖ ਲੈਂਦੇ ਹਾਂ, ਹੋਰ ਆਪਾਂ ਰੱਖ ਲੈਂਦੇ ਹਾਂ। ਇਹ ਦੱਸੋ ਭਈ ਜਿਹੜਾ ਤੁਹਾਡੀ ਫੈਕਟਰੀ ਦੇ ਵਿੱਚ ਮਜ਼ਦੂਰ ਕੰਮ ਕਰਦਾ ਪਿਆ ਤੇ ਮਾਲਕ ਜਾ ਕੇ ਦਫ਼ਤਰ 'ਚ ਜਾ ਕੇ ਕੁਰਸੀ 'ਤੇ ਬਹਿ ਜਾਂਦਾ, ਕੰਮ ਕੌਣ ਜ਼ਿਆਦਾ ਕਰਦਾ ਹੈ? ਕੌਣ ਕਰਦਾ ਜੀ? ਮਜ਼ਦੂਰ। ਖੇਤਾਂ ਦਾ ਮਾਲਕ ਹੈ, ਉਹ ਆਪਣੇ ਕਮਰੇ 'ਚ ਬੈਠਾ ਹੈ, ਉੱਤੇ ਪੱਖੇ ਚੱਲਦੇ ਨੇ ਪਏ, ਹੀਟਰ ਲੱਗਾ ਹੈ, ਤੇ ਮਜ਼ਦੂਰ ਖੇਤਾਂ 'ਚ ਕੰਮ ਕਰਦਾ ਪਿਆ। ਬਾਰਿਸ਼ ਦੇ ਵਿੱਚ, ਸਰਦੀ ਦੇ ਵਿੱਚ, ਗਰਮੀ ਦੇ ਵਿੱਚ ਕੌਣ ਕੰਮ ਜ਼ਿਆਦਾ ਕਰਦਾ? ਹਾਰਡ ਕੰਮ ਕੌਣ ਕਰਦਾ? ਨੌਕਰ। ਸੁੱਖ ਕੌਣ ਲੈਂਦਾ? ਮਾਲਕ। ਇਹ ਕਿਉਂ ਬਾਈ? ਉਹਨੂੰ ਭਗਵਾਨ ਨੇ ਜਿਉਂਦੇ ਨੂੰ ਸਜ਼ਾ ਸੁਣਾਤੀ ਵੀ ਤੂੰ ਕਮਾ ਕਮਾ ਕੇ ਇਹਨਾਂ ਨੂੰ ਦੇਈ ਜਾ, ਸੁੱਖ ਲੈਣ। ਵੇਖੋ ਭਗਵਾਨ ਇਹ ਧਰਮ ਕਰਮ ਜੇ, ਕੰਮ ਉਹ ਕਰੇ, ਕੰਮ ਉਹ ਕਰਨ ਤੇ ਸੁੱਖ ਉਹ ਲਵੇ ਸਾਧ ਸੰਗਤ 'ਚ। ਇਹਦੀ ਬੈਕ ਹੈ ਕੋਈ ਸਾਧ ਸੰਗਤ 'ਚ, ਕੰਮ ਉਹ ਕਰਦਾ ਪਿਆ ਤੇ ਸੁੱਖ ਮਾਲਕ ਲੈਂਦੇ ਨੇ ਪਏ, ਉਹਨਾਂ ਨੂੰ ਸਜ਼ਾ ਵੀ ਤੂੰ ਕਮਾ ਕਮਾ ਕੇ ਇਹਨਾਂ ਨੂੰ ਦੇਈ ਜਾਓ ਸਾਧ ਸੰਗਤ 'ਚ। ਅਜੇ ਵੀ ਨਹੀਂ ਅਸੀਂ ਗੱਲ ਸਮਝਦੇ ਪਏ ਗੁਰੂ ਦੇ ਪਿਆਰੇ। ਕਈ ਕੋਟ ਬੈਠਤ ਹੀ ਖਾਹੇ ਤੇ ਕਈ ਕੋਟ ਘਾਲਾ ਥਕ ਪਾਹੇ। ਸੁਖਮਨੀ ਸਾਹਿਬ ਨਹੀਂ ਪੜ੍ਹਦੇ ਤੁਸੀਂ ਸਾਧ ਸੰਗਤ 'ਚ? ਕਰੋੜਾਂ ਹੀ ਐਸੇ ਨੇ ਜਿਹੜੇ ਘਾਲ ਕਰ ਕਰਕੇ ਮਰ ਚਲੇ ਨੇ, ਫੇਰ ਨਹੀਂ ਰਾਮ ਰੋਟੀ ਸੁੱਖ, ਪਤਾ ਨਹੀਂ ਕਦੋਂ ਸੂਰਜ ਚੜ੍ਹ ਜਾਂਦਾ ਕਦੋਂ ਡੁੱਬ ਜਾਂਦਾ ਸਾਧ ਸੰਗਤ 'ਚ, ਕੋਈ ਪਤਾ ਨਹੀਂ। ਘਾਲ ਕਰ ਕਰਕੇ ਮਰ ਚਲੇ ਤੇ ਕਈ ਕੋਟ ਬੈਠਦੇ ਹੀ ਖਾਏ, ਕਰੋੜਾਂ ਬੈਠੇ ਪਏ ਖਾਂਦੇ ਨੇ ਸਾਧ ਸੰਗਤ ਜੀ। ਇਹਦੀ ਬੈਕ ਕੀ ਹੈ ਗੁਰੂ ਦੇ ਪਿਆਰਿਓ? ਕਹਿੰਦੇ ਰਾਜਾ ਤੈਨੂੰ ਨਹੀਂ ਪਤਾ। ਰਾਜ ਨੂੰ ਅੱਖਾਂ ਖੁੱਲੀਆਂ ਸਾਧ ਸੰਗਤ 'ਚ। ਸੰਗਤ ਬੜੀ ਚੀਜ਼ ਹੈ ਗੁਰੂ ਦੇ ਪਿਆਰੇ। ਮੂਲ ਸਬਸ ਕਾ ਸੰਗਤ ਕਾਰਨ, ਸੰਗਤ ਡੋਬੇ ਤੇ ਸੰਗਤ ਤਾਰਨ ਸਾਧ ਸੰਗਤ 'ਚ। ਰਾਜ ਦੀਆਂ ਅੱਖਾਂ ਖੁੱਲ ਗਈਆਂ। ਅੱਛਾ, ਆਪਣੇ ਵਜ਼ੀਰਾਂ ਤੇ ਮੰਤਰੀਆਂ ਨੂੰ ਕਹਿੰਦਾ ਜਾਓ ਮੇਰੇ ਪੁੱਤਰ ਨੂੰ ਜਾ ਕੇ ਰਾਜ ਦੇ ਦਿਓ, ਮੈਂ ਹੁਣ ਇੱਥੇ ਤਪ ਕਰਾਂਗਾ। ਆਹ ਸੀ ਸਵਾਦ ਸਾਧ ਸੰਗਤ 'ਚ। ਜਦੋਂ ਵਜ਼ੀਰ ਮੰਤਰੀ ਤੁਰ ਗਏ ਨਾ ਤੇ ਕਹਿੰਦਾ ਸੰਤ ਜੀ, ਐ ਮਹਾਤਮਾ ਜੀ, ਤੁਹਾਨੂੰ ਕੀ ਪਤਾ ਹੈ ਭਈ ਮੇਰਾ ਤਪ ਸਫਲ ਹੋਇਆ ਕਿ ਨਹੀਂ ਹੋਇਆ, ਕਦੋਂ ਹੋਵੇਗਾ? ਕਹਿੰਦਾ ਹਾਂ ਮੈਨੂੰ ਪਤਾ ਹੈ। ਆਹ ਵੇਖ ਮੈਂ ਨਾ ਆਪਣੇ ਡਾਂਗ ਹੈ, ਸੋਟਾ ਹੈ, ਇਹ ਗੱਡਿਆ ਹੈ, ਜਦੋਂ ਹਰਾ ਹੋ ਜਾਏਗਾ ਨਾ ਮੈਂ ਸਮਝ ਮੇਰਾ ਤਪ ਹਰਾ ਹੋ ਗਿਆ, ਮੇਰਾ ਤਪ ਮਨਜ਼ੂਰ ਹੋ ਗਿਆ ਸਾਧ ਸੰਗਤ 'ਚ। ਰਾਜਾ ਕਹਿੰਦੇ ਵੀ ਚੰਗੀ ਗੱਲ ਹੈ। ਉਹਦੇ ਕੋਲ ਲੋਹੇ ਦੀ ਕਸੋਟੀ ਸੀ ਸਾਧ ਸੰਗਤ 'ਚ, ਖੂੰਡੀ ਆਪਾਂ ਜਿਵੇਂ ਰੱਖ ਲੈਂਦੇ ਆਪਾਂ ਹੱਥਾਂ ਦੇ ਵਿੱਚ। ਉਹ ਕੋਈ 25-30 ਕਦਮਾਂ 'ਤੇ ਜਾ ਕੇ ਨਾ ਉੱਥੇ ਜਾ ਕੇ ਤੇ ਕਰਕੇ ਅਰਦਾਸ ਤੇ ਉਹਨੂੰ ਗੱਡ ਕੇ ਨਾ ਕਹਿੰਦਾ ਚੰਗਾ ਭਗਵਾਨ ਜਦੋਂ ਹਰੀ ਹੋ ਗਈ ਮੈਂ ਸਮਝਿਆ ਮੇਰਾ ਤਪ ਮਨਜ਼ੂਰ ਹੋ ਗਿਆ ਸਾਧ ਸੰਗਤ 'ਚ। ਉਹ ਵੀ ਬਹਿ ਗਿਆ ਗੁਰੂ ਦੇ ਪਿਆਰੇ, ਲੱਗਾ ਤਪ ਕਰਨ ਸਾਧ ਸੰਗਤ 'ਚ, ਲੱਗਾ ਤਪ ਕਰਨ। ਤਪ ਕਰਦੇ ਕਰਦੇ ਕੋਰ ਸਮਾਂ ਬਤੀਤ ਹੋ ਗਿਆ ਸਾਧ ਸੰਗਤ 'ਚ। ਸੱਜਣੋ ਤਪ ਕਰਿਆ ਕਰੋ ਸਾਧ ਸੰਗਤ 'ਚ, ਸਿਮਰਨ ਕਰਿਆ ਕਰੋ, ਫਿਰ ਬਹੁਤੇ ਛੇਤੀ ਨਾ ਉਦਾਸ ਨਾ ਹੋਇਆ ਕਰੋ। ਅੱਜ ਬੜਾ ਵੱਡਾ ਸਵਾਲ ਪੈਂਦਾ ਸੰਸਾਰ ਦੇ ਵਿੱਚ ਪਿਆ, ਨਾਮ ਜਪਣੇ ਆ ਤੇ ਜਪਣ ਦਾ ਸਵਾਦ ਨਹੀਂ ਆਉਂਦਾ, ਸੰਗਤ ਕਰਨੇ ਆ ਸੰਗਤ ਕਰਨ ਦਾ ਸਵਾਦ ਨਹੀਂ ਆਉਂਦਾ, ਗੁਰਬਾਣੀ ਪੜ੍ਹਨੇ ਆ ਗੁਰਬਾਣੀ ਪੜ੍ਹਨ ਦਾ ਰਸ ਨਹੀਂ ਆਉਂਦਾ। ਇਹ ਸਵਾਲ ਤੇ ਕਰਨੇ ਪਏ ਹਨ, ਸਾਰੇ ਹਾਸੋ ਹੀ ਨੇ ਸਾਧ ਸੰਗਤ 'ਚ। ਹਾਸੋ ਹੀ ਨੇ ਕਿਸ ਤਰ੍ਹਾਂ? ਕਹਿੰਦੇ ਨੇ ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹੋ ਨਿਆਉ ਸਾਧ ਸੰਗਤ 'ਚ। ਆਪਣੀ ਕਰਤੂਤ ਨਹੀਂ ਵੇਂਦਾ ਤੇ ਸਵਾਦ ਇਹਨਾਂ ਦੇ ਭਾਲਦਾ ਸਾਧ ਸੰਗਤ ਜੀ। ਭਾਵ ਇਸ ਤਰ੍ਹਾਂ ਗੱਲ ਨਹੀਂ ਬਣਨੀ ਗੁਰੂ ਦੇ ਪਿਆਰਿਓ। ਇਹ ਵੇਖੀਏ ਆਹਾਰ ਵਿਹਾਰ ਤੇ ਵਿਚਾਰ, ਇਹਨਾਂ ਨੂੰ ਆਪਣੇ ਸਵਾਰਨਾ ਸਾਧ ਸੰਗਤ 'ਚ। ਸਤਿਗੁਰ ਦੇ ਲੜ ਲਾ ਕੇ ਨਾ ਤਿੰਨਾਂ ਨੂੰ ਸਵਾਰਨਾ। ਇਹ ਜਦੋਂ ਤਿੰਨੇ ਸੁਧਰ ਗਏ ਨਾ ਆਪਣੇ ਆਪ ਹੀ ਮਨ ਟਿਕ ਜਾਣਾ ਸਤਿਗੁਰੂ ਦੇ, ਆਪਣੇ ਆਪ ਟਿਕ ਜਾਣਾ ਸਾਧ ਸੰਗਤ 'ਚ। ਭਾਵ ਰਾਜੇ ਨੇ ਜਾ ਕੇ 25-30 ਕਦਮਾਂ ਤੇ ਇੱਕ ਆਸਨ ਵਿਛਾਇਆ, ਉਹ ਜਿਹੜੀ ਸੀ ਕੋਈ ਲੋਹੇ ਦੀ ਖੂੰਡੀ ਉਹ ਗੱਡ ਕੇ ਤੇ ਸਾਧ ਸੰਗਤ ਜੀ ਲੱਗ ਪਿਆ ਤਪ ਕਰਨ ਗੁਰੂ ਦੇ ਪਿਆਰੇ। ਕੋਰ ਸਮਾਂ ਬਤੀਤ ਹੋ ਗਿਆ। ਐਸਾ ਸਮਾਂ ਆਇਆ ਜੰਗਲ ਦੇ ਵਿੱਚ ਇੱਕ ਮੁਸਾਫਰ ਜਾਂਦਾ ਸੀ ਪਿਆ, ਉਹਦੇ ਮਗਰ ਚੋਰ ਪੈ ਗਏ।
ਜਦੋਂ ਉਹਦੇ ਮਗਰ ਚੋਰ ਪੈ ਗਏ ਨੇ ਤਾਂ ਆਪਣੀ ਜਾਨ ਬਚਾਉਣ ਦੇ ਵਾਸਤੇ ਨਾ ਉਹ ਸਾਧੂ ਜਿਹੜਾ ਸੀ ਨਾ ਉਹ ਪਹਿਲਾਂ ਨਿਗਾਹ ਪੈ ਗਿਆ ਉਹਦੇ ਕੋਲ ਚਲਾ ਗਿਆ। ਕਹਿੰਦਾ ਮਹਾਤਮਾ ਜੀ ਇਹਨਾਂ ਡਾਕੂਆਂ ਕੋ ਚੋਰਾਂ ਕੋਲ ਬਦਮਾਸ਼ਾਂ ਕੋ ਮੈਨੂੰ ਬਚਾਇਓ ਜੇ। ਜਦੋਂ ਸਾਧੂ ਨੇ ਵੇਖਿਆ ਨਾ ਕਹਿੰਦਾ ਉਹ ਦੁਸ਼ਟਾ ਤੂੰ ਤੇ ਮੇਰੀ ਬਿਰਤੀ ਖਰਾਬ ਕਰ ਦਿੱਤੀ ਹੈ, ਮੇਰੇ ਤਪ 'ਚ ਭੰਗ ਪਾ ਦਿੱਤਾ ਹੈ, ਚਲਾ ਜਾ ਇੱਥੋਂ। ਬੜਾ ਠੁਕਰਾਤਾ ਸਾਧ ਸੰਗਤ 'ਚ। ਉਹ ਜਿਹੜਾ ਸੀ ਨਾ ਆਪਣੀ ਜਾਨ ਤੋਂ ਡਰਦਾ, ਆਪਣੇ ਮਾਲ ਧਨ ਪਦਾਰਥ ਤੋਂ ਡਰਦਾ, ਉਹਨੇ ਇੱਧਰ ਉੱਧਰ ਨਿਗਾਹ ਮਾਰੀ ਵੀ ਹੁਣ ਕੀ ਕਰਾਂ। ਉਹ ਆਸਰਾ ਭਾਲਦਾ, ਉਹਨੇ ਵੇਖਿਆ ਹੋਰ ਤਪੱਸੀ ਬੈਠਾ, ਉਹਦੇ ਵੱਲ ਚਲਾ ਗਿਆ ਸਾਧ ਸੰਗਤ ਜੀ। ਕਹਿੰਦਾ ਮਹਾਰਾਜ ਆ ਚੋਰ ਤੇ ਡਾਕੂ ਮੇਰੇ ਮਗਰ ਫਿਰਦੇ ਨੇ ਪਏ, ਇਹ ਮੈਨੂੰ ਮਾਰ ਦੇਣਗੇ, ਮੈਨੂੰ ਲੁੱਟ ਲੈਣਗੇ, ਤਾਂ ਮੇਰੀ ਰੱਖਿਆ ਕਰੋ। ਉਹ ਰਾਜਾ ਨਾ ਉਸੇ ਟਾਈਮ ਲੈ ਕੇ ਨਾ ਉਹ ਲੋਹੇ ਦੀ ਜਿਹੜੀ ਖੁੰਡੀ ਗੱਡੀ ਸੀ ਉਹ ਚੋਰਾਂ ਮਗਰ ਭੱਜ ਗਿਆ ਸਾਧ ਸੰਗਤ 'ਚ। ਜਦੋਂ ਭੱਜਿਆ ਨਾ ਤੇ ਕਹਿੰਦੇ ਨੇ ਕੱਖ ਹੱਲਿਆ ਤੇ ਚੋਰ ਚੱਲਿਆ, ਚੋਰ ਦੀ ਇੰਨੀ ਪਾਇਆ ਤੇ ਇੰਨੀ ਕੋਈ ਨਹੀਂ ਚੋਰ ਦੀ ਸਾਧ ਸੰਗਤ 'ਚ। ਉਹ ਭੱਜ ਗਿਆ, ਉਹਨੇ ਬੜੀਆਂ ਸੀਸਾਂ ਦਿੱਤੀਆਂ ਸਾਧ ਸੰਗਤ 'ਚ। ਐ ਮਹਾਰਾਜ, ਐ ਸੰਤ ਜੀ, ਤੁਸਾਂ ਮੇਰੀ ਜਾਨ ਬਚਾਈ ਹੈ, ਮੈਨੂੰ ਧਨ ਪਦਾਰਥ ਮੇਰਾ ਬਚਾਇਆ, ਇਹਨਾਂ ਚੋਰਾਂ ਕੋ ਮੈਂ ਰੱਖਿਆ ਕੀਤੀ ਹੈ, ਸਾਗੁਰ ਕਿਰਪਾ ਕਰੇ, ਉਹ ਭਗਵਾਨ ਤੁਹਾਡਾ ਤਾ ਮਨਜ਼ੂਰ ਕਰੇ। ਸਾਧ ਸੰਗਤ 'ਚ ਇੱਕ ਮੇਰੀ ਤਕਨੀਕ ਹੈ ਸਾਧ ਸੰਗਤ 'ਚ। ਤਕਨੀਕ ਕੀ ਹੈ? ਤੁਸੀਂ ਸਤਿਗੁਰ ਕੋ ਸੁੱਖ ਮੰਗਦੇ ਹੋ, ਅਰਦਾਸਾਂ ਕਰਾਉਂਦੇ ਹੋ, ਵਰਨ ਹਮਣੀਆਂ ਪਾਠ ਪੂਜਾ ਕਰਾਉਂਦੇ ਹੋ, ਕਾਹਦੇ ਵਾਸਤੇ? ਸੁੱਖ ਦੇ ਵਾਸਤੇ। ਉਹ ਸੱਜਣੋ ਸੁੱਖ ਮੰਗਣ ਵਾਲੀ ਚੀਜ਼ ਨਹੀਂ ਸਾਧ ਸੰਗਤ 'ਚ, ਇਹ ਤੁਹਾਨੂੰ ਗਲਤ ਪੜਤਾ ਲੱਗ ਗਿਆ। ਸੁੱਖ ਦੇਣ ਵਾਲੀ ਚੀਜ਼ ਹੈ ਸਾਧ ਸੰਗਤ 'ਚ। ਜਦੋਂ ਤੁਸੀਂ ਕਿਸੇ ਨੂੰ ਸੁੱਖ ਦਿਓਗੇ ਤੁਹਾਨੂੰ ਆਪਣੇ ਆਪ ਸੁੱਖ ਦੇਵੇਗਾ ਭਗਵਾਨ ਗੁਰੂ ਦੇ ਪਿਆਰੇ। ਦਿਓ ਸੁੱਖ ਤੇ ਦਿਓ ਦੁੱਖ ਤੇ ਮੰਗੋ ਸੁੱਖ ਸਾਧ ਸੰਗਤ 'ਚ। ਨਾ ਮੰਗਿਆ ਕਰੋ, ਸੁੱਖ ਦਿਆ ਕਰੋ ਕਿਸੇ ਨੂੰ ਸਾਧ ਸੰਗਤ 'ਚ। ਜਦੋਂ ਤੁਸੀਂ ਕਿਸੇ ਨੂੰ ਸੁੱਖ ਦਿਓਗੇ ਭਗਵਾਨ ਤੁਹਾਨੂੰ ਆਪਣੇ ਆਪ ਸੁੱਖ ਦੇਵੇਗਾ ਸਾਧ ਸੰਗਤ 'ਚ। ਜਦੋਂ ਕਿਸੇ ਦੀ ਆਤਮਾ ਦੇ ਵਿੱਚੋਂ ਆਵਾਜ਼ ਨਿਕਲੇਗੀ ਭਗਵਾਨ ਇਹਨੂੰ ਸੁੱਖ ਦੇ, ਉਹ ਭਗਵਾਨ ਸੁੱਖ ਦੇਵੇਗਾ ਤੁਹਾਨੂੰ ਸਾਧ ਸੰਗਤ 'ਚ। ਮੰਗਣ ਵਾਲੀ ਚੀਜ਼ ਨਹੀਂ। ਸੰਸਾਰ ਦੇ ਲੋਕ ਮੰਗਦੇ ਨੇ ਪਏ, ਮੰਗਿਆ ਨਾ ਕਰੋ, ਸੁੱਖ ਦਿਆ ਕਰੋ ਸਾਧ ਸੰਗਤ 'ਚ। ਸੁੱਖ ਦੇਣਾ ਸਿੱਖੀਏ ਆਪਾਂ ਗੁਰੂ ਦੇ ਪਿਆਰਿਓ। ਜਦੋਂ ਕਿਸੇ ਨੂੰ ਸੁੱਖ ਦਿਆਂਗੇ ਨਾ ਭਗਵਾਨ ਆਪਣੇ ਆਪ ਹੀ ਸਤਿਗੁਰੂ ਸਾਨੂੰ ਆਪਣੇ ਆਪ ਸੁੱਖ ਦੇਵੇਗਾ ਸਾਧ ਸੰਗਤ 'ਚ। ਰਾਜੇ ਨੇ ਸੱਜਣੋ ਇੰਨੀ ਗੱਲ ਸੁਣਦਿਆਂ ਆਪਣੇ ਆਸਨ 'ਤੇ ਆ ਕੇ ਬੈਠ ਕੇ ਉਹ ਸੋਟੀ ਗੱਡ ਦਿੱਤੀ। ਜਦੋਂ ਰਾਜੇ ਦਾ ਮਨ, ਜਦੋਂ ਰਾਜੇ ਦੀ ਬਿਰਤੀ ਲੱਗੀ ਨਾ ਤੇ ਉਦੋਂ ਵੇਖਿਆ ਤੇ ਉਹ ਖੂੰਡੀ ਹਰੀ ਹੋਈ ਸਾਧ ਸੰਗਤ 'ਚ, ਲੋਹੇ ਦੀ ਖੂੰਡੀ ਹਰੀ ਹੋਈ। ਰਾਜਾ ਨੱਚਣ ਲੱਗ ਪਿਆ ਸਾਧ ਸੰਗਤ 'ਚ, ਮਸਤਾਨਾ ਹੋ ਗਿਆ। ਜਦੋਂ ਮਸਤਾਨਾ ਹੋ ਗਿਆ ਨਾ ਤੇ ਰਿਖੀ ਕਹਿੰਦਾ ਓਏ ਹੱਸਦਾ ਪਿਆ, ਨੱਚਦਾ ਪਿਆ, ਟੱਪਦਾ ਪਿਆ, ਦਾ ਕੀ ਕਾਰਨ ਹੈ? ਕਹਿੰਦਾ ਮਹਾਰਾਜ ਆਪ ਦੀ ਕਿਰਪਾ ਨਾਲ ਮੇਰੀ ਲੋਹੇ ਦੀ ਖੂੰਡੀ ਹਰੀ ਹੋ ਗਈ ਹੈ ਸਾਧ ਸੰਗਤ 'ਚ। ਕਹਿੰਦਾ ਕਿਤਨੇ ਕਮਾਲ ਦੀ ਗੱਲ ਹੈ ਓਏ, ਮੈਂ ਇਹਦੇ ਨਾਲ ਢੇਰ ਸਮਾਂ ਪਹਿਲਾਂ ਆਇਆ ਵਾਂ, ਇੰਨਾ ਸਮਾਂ ਤੇ ਮੇਰੀ ਲੱਕੜ ਦੀ ਡਾਂਗ ਹਰੀ ਨਹੀਂ ਹੋਈ, ਇਹਦੀ ਲੋਹੇ ਦੀ ਖੂੰਡੀ ਹਰੀ ਹੋ ਗਈ ਹੈ। ਕਹਿੰਦਾ ਭਗਵਾਨ ਤੇਰੇ ਘਰ ਵੀ ਨਿਆਂ ਨਹੀਂ ਤੇ ਹੋਰ ਕਿੱਥੇ ਮਿਲੇਗਾ ਸਾਧ ਸੰਗਤ 'ਚ? ਤੇਰੇ ਘਰ ਵੀ ਨਿਆਂ ਕੋਈ ਨਹੀਂ ਗਾ। ਅਜੇ ਕੱਲ੍ਹ ਆਇਆ, ਇਹਦਾ ਤਾ ਮਨਜ਼ੂਰ ਹੋ ਗਿਆ ਤੇ ਮੈਨੂੰ ਬਰਸ ਬੀਤ ਗਏ ਨੇ ਤੇ ਮੇਰਾ ਤਾ ਮਨਜ਼ੂਰ ਹੁੰਦਾ ਹੀ ਨਹੀਂ ਪਿਆ, ਹੋਇਆ ਹੀ ਨਹੀਂ ਗਾ। ਆਕਾਸ਼ ਬਾਣੀ ਕਹਿੰਦੀ ਆ ਤਪੱਸੀ, ਓਏ ਤੇਰੇ ਮਨ 'ਚ ਦਇਆ ਨਹੀਂ ਜੀ ਆਈ ਸਾਧ ਸੰਗਤ 'ਚ। ਪੜ੍ਹਦੇ ਹੋ ਨਾ ਤੁਸੀਂ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਜੀ ਹੱਥ 'ਚ ਛੁਰੀ ਫੜੀ ਹੋਵੇ, ਖੂਨ ਦੇ ਹੱਥ ਲਿਬੜਿਆ ਹੋਵੇ, ਗਊ ਜ਼ਿਬਾ ਕਰਕੇ ਆਇਆ ਹੋਵੇ, ਤੁਹਾਡੇ ਦਰ 'ਤੇ ਆ ਕੇ ਮੰਗਦਾ, ਤੁਹਾਡੇ ਮਨ 'ਚ ਰਹਿਮ ਨਹੀਂ ਹੁੰਦਾ, ਕਦੇ ਬਖਸ਼ੇ ਨਹੀਂ ਜਾਓਗੇ ਸਾਧ ਸੰਗਤ 'ਚ। ਹੁਕਮਨਾਮਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ। ਦਇਆ ਕਰਨੀ ਕਹਿੰਦੇ ਨੇ ਬ੍ਰਹਮ ਗਿਆਨ ਸਮਦਾਨ ਨਾ ਧਰਮ ਨਾ ਦਇਆ ਸਮਾਨ। ਸਾਧ ਸੰਗਤ 'ਚ ਸਭ ਤੋਂ ਵੱਡਾ ਧਰਮ ਕਿਹੜਾ ਹੈ? ਆਪਣੇ ਮਨ 'ਚ ਦਇਆ ਲਿਆਈਏ ਗੁਰੂ ਦੇ ਪਿਆਰ, ਰਹਿਮ ਕਰੀਏ ਸਾਧ ਸੰਗਤ 'ਚ। ਇਸ ਵਾਸਤੇ ਮੈਂ ਅਰਜ਼ ਕਰਦਾ ਸੀ ਪਿਆ, ਸਗਲ ਸ੍ਰਿਸ਼ਟ ਤੋਂ ਰਾਜਾ ਦੁਖੀਆ। ਇਹ ਕਦੇ ਵਿਚਾਰ ਕੀਤੀ ਜਿਸ ਗੱਲ ਦੀ? ਕਿਸ ਗੱਲ ਦਾ ਭਾਵ ਰਾਜੇ ਨੂੰ ਸੰਤੋਖ ਨਹੀਂ ਆਉਂਦਾ ਸਾਧ ਸੰਗਤ 'ਚ। ਉਹ ਨਾ ਸੰਤੋਖ ਆਉਣ ਦੇ ਕਾਰਨ ਜਿਹੜਾ ਕਿ ਕਾਲ ਕੇਤ ਰਾਜਾ ਅਥਵਾ ਕਾਲ ਰਾਏ ਰਾਜਾ ਸੀ, ਉਹਨਾਂ ਦੇ ਆਪਸੀ ਮੈਦਾਨੇ ਜੰਗ ਸ਼ੁਰੂ ਹੋ ਗਏ ਸਾਧ ਸੰਗਤ 'ਚ। ਮੈਂ ਜਿੱਤ ਲਵਾਂ, ਆਹ ਹੱਦ ਮੇਰੀ ਬਣ ਜਾਵੇ, ਆਹ ਹੱਦ ਮੇਰੀ ਬਣ ਜਾਵੇ। ਉੱਤਰ ਦੱਖਣ ਪੂਰਬ ਪੱਛਮ ਦੇ ਵੱਲੋਂ ਉਹਨਾਂ ਦੋਨਾਂ ਰਾਜਿਆਂ ਦੇ ਆਪਸ ਵਿੱਚ ਮੈਦਾਨੇ ਜੰਗ ਸ਼ੁਰੂ ਹੋ ਗਏ। ਕਾਲ ਰਾਏ ਮਨ ਮੈਂ ਦੁੱਖ ਲਇਓ। ਅਸਲ ਨੂੰ ਮੈਦਾਨੇ ਜੰਗ 'ਚ ਇੱਕ ਨੇ ਹਾਰਨ ਹੁੰਦਾ ਸਾਧ ਸੰਗਤ। ਜਿਹੜਾ ਕਾਲ ਆਇਆ ਸੀ ਨਾ ਰਾਜਾ, ਇਹ ਹਾਰ ਗਿਆ, ਬੜਾ ਦੁੱਖ ਪ੍ਰਾਪਤ ਹੋਇਆ। ਕਾਜ ਸਨੌੜ ਦੇਸ ਮੈਂ ਗਇਓ। ਇਹ ਆਪਣੀ ਜਾਨ ਬਚਾਉਣ ਦੇ ਵਾਸਤੇ ਸਾਧ ਸੰਗਤ ਜੀ ਲਾਹੌਰ ਤੋਂ ਪੰਜਾਬ ਦੇ ਇਲਾਕੇ ਨੂੰ ਭੱਜਿਆ ਤੇ ਭੱਜਿਆ ਕਹਿੰਦੇ ਨੇ ਉੱਥੇ ਜਾ ਕੇ ਸ਼ਰਨ ਲਈ। ਸਨੌੜ ਭੂਪ ਤੇ ਕੀਨੋ ਮਾਨਾ। ਜਿਹੜਾ ਪੰਜਾਬ ਦਾ ਰਾਜਾ ਸੀ ਨਾ ਉਸ ਟਾਈਮ ਤੇ ਉਹਨੇ ਬੜਾ ਮਾਣ ਤੇ ਸਤਿਕਾਰ ਕੀਤਾ। ਦੀਨ ਸੁਤਾ ਤੇ ਬਚਨ ਬਖਾਨਾ। ਉਹਨੂੰ ਸਾਧ ਸੰਗਤ ਜੀ
ਇੰਨਾ ਸਤਿਕਾਰ ਦਿੱਤਾ, ਮਾਣ ਦਿੱਤਾ, ਆਪਣੀ ਕੰਨਿਆ ਤੋਂ ਉਹਦੇ ਨਾਲ ਸੰਸਾਰਕ ਸੰਬੰਧ ਕਰ ਦਿੱਤਾ। ਹਮਰੀ ਸੈਣ ਸਭੀ ਸੰਗਤਾਰੋ, ਨਾਲ ਆਖਿਆ ਬੱਚਾ ਕੋਈ ਬਾਤ ਨਹੀਂ, ਮੈਂ ਤੈਨੂੰ ਸੈਨਾ ਵੀ ਦਿਆਂਗਾ। ਆਪਾਂ ਰਹਿਮ ਕੀਤਾ ਸਾਧ ਸੰਗਤ, ਮੈਂ ਸੈਨਾ ਦਿਆਂਗਾ। ਉਹ ਜਿਹੜਾ ਤੇਰਾ ਦੁਸ਼ਮਣ ਨੇ ਉਹਦਾ ਮੁਕਾਬਲਾ ਕਰ ਜਾ ਕੇ, ਆਪਣਾ ਰਾਜ ਵਾਪਸ ਲੈ ਜਾ ਕੇ। ਭਾਵ ਉਸ ਪੰਜਾਬ ਦੇ ਰਾਜੇ ਨੇ, ਸਨੌੜ ਦੇਸ਼ ਦੇ ਰਾਜੇ ਨੇ, ਭਾਵ ਉਹਨੂੰ ਆਪਣਾ ਕਾਲ ਰਾਜੇ ਨੂੰ ਆਪਣੀ ਕੰਨਿਆ ਦੇ ਦਿੱਤੀ ਤੇ ਇਹ ਨਾਲ ਗੱਲ ਆਖ ਦਿੱਤੀ, ਨਿਜ ਅਰਸੋ ਨਿਜ ਬੈਰ ਸੰਭਾਰੋ। ਜਿਹੜਾ ਕਿ ਤੁਹਾਡਾ ਵੈਰੀ ਹੈ ਨਾ, ਉਹਨੂੰ ਜਾ ਕੇ ਸੰਭਾਲੋ, ਭਾਵ ਉਸ ਵੈਰੀ ਦਾ ਨਾਸ਼ ਕਰੋ ਜਾ ਕੇ। ਕਛਕ ਕਾਲ ਪੁਨ ਤਹਾਂ ਬਸਾਏ, ਭਾਵ ਕੁਝ ਸਮਝਦਾ ਸੀ ਨਾ ਇਸ ਰਾਜੇ ਨੇ, ਭਾਵ ਇਹ ਸਨੌੜ ਦੇ ਰਾਜੇ ਪਾਸ ਇਹ ਜਵਾਈ ਬਣ ਕੇ ਉੱਥੇ ਰਿਹਾ, ਆਪਣਾ ਸਮਾਂ ਬਤੀਤ ਕੀਤਾ। ਉਪਜੋ ਪੁੱਤਰ ਧਾਮ ਸੁਖਦਾਏ, ਉਸ ਅਕਾਲ ਪੁਰਖ ਨੇ ਕਿਰਪਾ ਕੀਤੀ, ਵਧੀ ਵੇਲ ਬਹੁ ਪੀੜੀ ਚਾਲੀ, ਤੇ ਧਰਮ ਕਲਾ ਹਰ ਬੰਦ ਬਹਾਲੀ ਦੇ ਵਾਕ ਅਨੁਸਾਰ ਉਸ ਪਰਮੇਸ਼ਰ ਨੇ ਕਿਰਪਾ ਕੀਤੀ ਕਿ ਪੁੱਤਰ ਦੀ ਦਾਤ ਹੋਈ। ਸਾਧ ਸੰਗਤ, ਪੁੱਤਰ ਦਿੱਤਾ ਪਰਮੇਸ਼ਰ ਨੇ। ਕਿਉਂ? ਹਜ਼ੂਰ ਪਾਤਸ਼ਾਹ ਗੁਰਬਾਣੀ ਦੁਆਰਾ ਤੇ ਸ਼ਾਸਤਰ ਦੁਆਰਾ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਭਾਈ ਪਾਰਸ ਪੁੱਤਰ ਤੇ ਪ੍ਰੇਮ। ਸਾਧ ਸੰਗਤ ਜੀ, ਇਉਂ ਤੇ ਸਾਰੇ ਜਗਤ में नहीं किसी चीज का नेम, पर तिन्ने चीजां ना मिलन, पारस पुत्र ते प्रेम। साध संगत जी, इन्हां दा मिलना बहुत असंभव है। ते किनू मिलदियां ने? भागां वालियां नूं, गुरु दे प्यारिओ। ਇਹਦੇ ਇੱਕ ਪੁੱਤਰ ਪ੍ਰਾਪਤ ਹੋਇਆ। ਗ੍ਰੰਥਾਕਾਰ ਨੇ ਬੜਾ ਕੁਛ ਲਿਖਿਆ, ਕਹਿੰਦੇ ਨੇ ਪੁੱਤਰਹੀਨ ਗ੍ਰਸਤੀ ਹੈ ਐਸੇ, ਨੈਣ ਬੈਣ ਬਿਨ ਨਰ ਹੈ ਜੈਸੇ। ਬੜੀ ਸੁੰਦਰਤਾ ਹੈ, ਬੜੀ ਹੁਸਨ ਹੈ, ਬੜੀ ਜਵਾਨੀ ਹੈ, ਤੇ ਸੱਜਣੋ ਉਹਦੀ ਅੱਖਾਂ ਹੀ ਨਹੀਂ। ਸਾਧ ਸੰਗਤ ਜੀ, ਕੀ ਕਰਨਾ ਜੇ ਸੁੰਦਰਤਾ ਨੂੰ, ਜਵਾਨੀ ਨੂੰ ਕੀ ਕਰਨਾ ਹੈ? ਗੁਰੂ ਦੇ ਪਿਆਰਿਓ, ਬੜੀ ਹੁਸਨ ਹੈ, ਬੜੀ ਸੁੰਦਰਤਾ ਹੈ, ਬੜੀ ਜਵਾਨੀ ਹੈ। ਜ਼ੁਬਾਨ ਹੀ ਕੋਈ ਨਹੀਂ, ਗੂੰਗਾ ਜ਼ੁਬਾਨ ਤੋਂ। ਸਾਧ ਸੰਗਤ ਜੀ, ਕੀ ਕਰਨਾ ਜੀ ਗੁਰੂ ਦੇ ਪਿਆਰਿਓ? ਪੁੱਤਰ ਤੋਂ ਬਗੈਰ ਦਸ਼ਾ ਲਿਖੀ ਹੈ ਗ੍ਰੰਥਾਕਾਰਾਂ ਨੇ। ਸਾਧ ਸੰਗਤ ਜੀ, ਉਸ ਅਕਾਲ ਪੁਰਖ ਨੇ ਕਿਰਪਾ ਕੀਤੀ, ਇਹਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ। ਸੋਢੀ ਰਾਏ ਤਾਂ ਕੋ ਧਰਿਓ, ਨਾਮ ਜਨ ਸੋਕਾਰ। ਗ੍ਰੰਥਾਕਾਰ ਮਹਾਤਮਾ ਕਹਿੰਦੇ ਨੇ ਉਹਦਾ ਨਾਂ ਇਹਨਾਂ ਨੇ ਸੋਢੀ ਰਾਏ ਰੱਖਿਆ। ਸਾਧ ਸੰਗਤ ਜੀ, ਸੋਢੀ ਰਾਏ ਉਹਦਾ ਨਾਂ ਰੱਖ ਦਿੱਤਾ। ਸੋਢ ਬੰਸ ਭਈ ਤਦਨ ਤੇ, ਸੁਣ ਜੇਠਾ ਜਗਸਾਰ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਜੇਠਾ, ਆ ਜਿਹੜੇ ਸੋਢੀ ਜੇ ਨਾ ਇਹ ਉੱਥੋਂ ਬਣ ਗਏ ਜੀ। ਸਾਧ ਸੰਗਤ ਜੀ, ਸੋਢੀ ਕੌਣ ਬਣੇ? ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਸੋਢੀ ਕੌਣ ਬਣੇ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਇਹ ਫਿਰ ਸੋਢੀ ਚਲੇ ਆਉਂਦੇ ਨੇ। ਸਾਧ ਸੰਗਤ ਜੀ, ਮੈਂ ਅਰਜ਼ ਕਰਨਾ ਪਿਆ, ਸ਼ੁਰੂ ਕੀਤਾ ਸੀ ਮੈਂ ਤੁਹਾਨੂੰ ਰਘੂ ਕੁਲ, ਯਾਦਵ ਕੁਲ, ਬੇਦੀ ਕੁਲ, ਤਿਹਣ ਕੁਲ, ਭਲੇ ਕੁਲ, ਸੋਢੀ ਕੁਲ, ਅਰੋੜਾ ਕੁਲ, ਬਾਡੀ ਕੁਲ। ਇਹ ਕਿਉਂ ਪੂਜਨੀਕ ਨੇ? ਸਾਧ ਸੰਗਤ ਜੀ, ਤੁਹਾਡਾ ਪ੍ਰਕਰਨ ਚੱਲਦਾ ਪਿਆ ਗੁਰੂ ਦੇ ਪਿਆਰਿਓ। ਇਸ ਵਾਸਤੇ ਇਹਦਾ ਨਾਂ ਸੋਢੀ ਰਾਏ ਰੱਖਿਆ। ਤੇ ਸੋਢੀ ਬੰਸ ਅੱਗੇ ਜਾ ਕੇ ਤੁਸੀਂ ਹੋਰ ਇਹਦਾ ਖੁਲਾਸਾ ਹੋ ਜਾਏਗਾ। ਇਹ ਉੱਥੋਂ ਸੋਢੀ ਬੰਸ ਇੱਥੋਂ ਚੱਲ ਪਿਆ। ਸੋਢੀ ਰਾਏ ਸੈਣ ਸੰਗ ਲਾਏ ਕੈ। ਲਓ ਸਾਧ ਸੰਗਤ ਜੀ, ਸਮਾਂ ਬਣਿਆ। ਇਹ ਜੇ ਸੋਢੀ ਰਾਏ ਸੀ ਨਾ, ਇਹ ਸੈਨਾ ਲੈ ਕੇ ਤਾਇਓ ਨਿਜ ਪਿਤ ਬੈਰ ਚਿਤੈ ਕੈ, ਆਪਣੇ ਪਿਤਾ ਦਾ ਵੈਰ ਲੈਣ ਵਾਸਤੇ ਉੱਥੋਂ ਚੱਲ ਪਿਆ। ਲਾਹੌਰ ਕਸੂਰ ਜੁੱਧ ਕਰ ਪਾਰੀ। ਜਿਹੜਾ ਸੀ ਨਾ ਲਾਹੌਰ ਦਾ ਰਾਜਾ ਲਹੂ। ਸਾਧ ਸੰਗਤ ਜੀ, ਬੜਾ ਜ਼ਬਰਦਸਤ ਜੰਗ ਹੋਇਆ। ਕਾਲ ਕੀਦ ਕੀ ਬੰਸ ਨਿਕਾਰੀ। ਉਹਨੇ ਉੱਥੋਂ ਦੀ ਬੰਸ ਕੱਢ ਦਿੱਤੀ। ਸਾਧ ਸੰਗਤ ਜੀ, ਮੈਦਾਨਾ ਜੰਗ ਐਸਾ ਹੋਇਆ, ਉੱਥੋਂ ਉਹਦੀ ਬੰਸ ਨੂੰ ਨਿਠਾ ਦਿੱਤਾ। ਪਾਛੇ ਕੁਸੂ ਅੰਸ ਬਲ ਪਾਈ। ਫੇਰ ਸਮਾਂ ਆਇਆ, ਫੇਰ ਸਮੇਂ ਨੇ ਗੇੜ ਖਾਦਾ, ਕਸ਼ੂ ਦੀ ਬੰਸ ਨੂੰ ਭਜਾ ਦਿੱਤਾ ਗਿਆ। ਲਹੂ ਅੰਸ ਸਭ ਮਾਰ ਪਗਾਈ। ਉਹਨੇ ਲਹੂ ਦੀ ਅੰਸ ਨੂੰ ਫੇਰ ਗੁਰੂ ਦੇ ਪਿਆਰੋ ਹਰਾ ਦਿੱਤਾ। ਲਹੂ ਅੰਸ ਅਬ ਨਿਜ ਬਲ ਪਾਇਓ। ਜਦੋਂ ਲਹੂ ਦੀ ਬੰਸ ਆਪਣੇ ਬਲ ਦੇ ਵਿੱਚ ਆਈ, ਆਪਣੀ ਤਾਕਤ ਦੇ ਵਿੱਚ ਆਈ, ਕੁਸੂ ਅੰਸ ਕੋ ਮਾਰ ਪਗਾਇਓ। ਉਹਨਾਂ ਨੇ ਕਸ਼ੂ ਦੀ ਅੰਸ ਨੂੰ ਫੇਰ ਉੱਥੋਂ ਭਜਾ ਦਿੱਤਾ।
ਜੇ ਜੇ ਬਚੇ ਪ੍ਰਾਨ ਲੈ ਤਾਏ। ਉਸ ਮੈਦਾਨੇ ਜੰਗ ਦੇ ਵਿੱਚ ਜਿਹੜੇ ਜਿਹੜੇ ਬਚ ਗਏ, ਪੂਰਬ ਦਿਸ ਕੀ ਓਰ ਸਿਧਾਏ। ਆਪਣੀ ਜਾਨ ਬਚਾਉਣ ਦੇ ਵਾਸਤੇ ਗ੍ਰੰਥਾਕਾਰ ਮਹਾਤਮਾ ਕਹਿੰਦੇ ਨੇ ਪੂਰਬ ਦਿਸ਼ਾ ਵੱਲ ਚੱਲ ਪਏ। ਕਾਂਸੀ ਵਾਸ ਜਾਏ ਤਿਨ ਪਾਏ। ਉਹ ਜਿਉਂ ਆਪਣੀ ਜਾਨ ਬਚਾਉਣ ਦੇ ਵਾਸਤੇ ਚੱਲੇ, ਜਿਉਂ ਜਾਨ ਬਚਾਉਣ ਦੇ ਵਾਸਤੇ ਚੱਲੇ ਕਿ ਵਿਦਿਆ ਦਾ ਕੇਂਦਰ ਹੈ ਨਾ ਕਾਂਸ਼ੀ, ਇੱਥੇ ਪਹੁੰਚ ਗਏ ਸਾਧ ਸੰਗਤ ਜੀ। ਸੁਖ ਸੋਨੁਤ ਪੁਨ ਤਹਾਂ ਰਹਾਏ। ਉੱਥੇ ਕਾਂਸ਼ੀ 'ਚ ਜਾ ਕੇ ਆਪਣੇ ਸੁਖ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਕਣੀ ਬਰਸ ਤੇ ਠਾਂ ਰਹੇ, ਪੜੇ ਬੇਦ ਮਨ ਲਾਏ। ਲੋ ਸਾਧ ਸੰਗਤ ਜੀ, ਇੱਥੇ ਨਾ ਵਿਦਿਆ ਪੜ੍ਹਨੀ ਸ਼ੁਰੂ ਕਰਤੀ ਸਾਧ ਸੰਗਤ ਜੀ। ਬਹੁਤ ਸਮਾਂ ਬਤੀਤ ਹੋਇਆ, ਬੜਾ ਸਮਾਂ ਬਤੀਤ ਕਰਕੇ ਇਹ ਜਿਹੜੇ ਸੀ ਨਾ 4 ਵੇਦ ਅਥਵਾ 6 ਸ਼ਾਸਤਰ, ਇਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਵੇਦ ਪਾਠ ਬੇਦੀ ਪਏ, ਜਗ ਮੈਂ ਬੰਸ ਮਹਾਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਭਈ ਸੱਜਣੋ, ਉਹ ਜਿਨ੍ਹਾਂ ਨੇ ਵੇਦਾਂ ਦਾ ਗਿਆਨ ਪ੍ਰਾਪਤ ਕੀਤਾ, ਵੇਦਾਂ ਦਾ ਪਾਠ ਕਰਨ ਲੱਗ ਪਏ, ਉਹ ਵੇਦੀ ਬਣ ਗਏ ਸਾਧ ਸੰਗਤ ਜੀ। ਸਭ ਧਿਆਨ ਦਿਓ ਜੇ ਗੱਲ ਦਾ ਗੁਰੂ ਦੇ ਪਿਆਰੇ ਹੋ, ਉਹ ਬੇਦੀ ਬਣ ਗਏ ਸਾਧ। ਤੁਸੀਂ ਵੇਖਦੇ ਨਹੀਂ ਆਹ ਜਿਹੜਾ ਕੋਈ ਰਾਗ ਕਰਦਾ ਉਹਨੂੰ ਰਾਗੀ ਆਖਣ ਲੱਗ ਪੈਂਦੇ ਆ ਆਪਾਂ, ਜਿਹੜਾ ਕੀਰਤਨ ਕਰ, ਜਿਹੜਾ ਕੋਈ ਸ਼ੇਰ ਕਰ ਉਹਨੂੰ ਕਵੀ ਆਪਾਂ ਆਖਣ ਲੱਗ ਪੈਂਦੇ ਆ, ਜਿਹੜਾ ਕੋਈ ਕਥਾ ਕਰ ਉਹਨੂੰ ਗਿਆਨੀ ਆਪਾਂ ਆਖਣ ਲੱਗ ਪੈਂਦੇ ਆ। ਇਸੇ ਤਰ੍ਹਾਂ ਜਿਨ੍ਹਾਂ ਨੇ ਵੇਦਾਂ ਦਾ ਪਾਠ ਕੀਤਾ ਨਾ, ਉਹਨੂੰ ਬੇਦੀ ਆਖਣ ਲੱਗ ਪਏ। ਉੱਥੋਂ ਬੇਦੀ ਬੰਸ ਚੱਲ ਪਈ, ਬੇਦੀਆਂ ਦੀ ਕੁਲ ਚੱਲ ਪਈ ਉੱਥੋਂ। ਪਾਛੈ ਸੋਢੀ ਰਾਏ ਵਿਚਾਰੀ। ਸਮਾਂ ਆਇਆ ਸਾਧ ਸੰਗਤ 'ਚ, ਸੋਢੀ ਜਿਹੜੇ ਸੀ ਨਾ ਇਹ ਰਾਜ ਕਰਦੇ ਸੀ ਪਏ। ਜਦੋਂ ਸੋਢੀ ਰਾਜ ਕਰਦੇ ਸੀ ਨਾ ਪਏ ਤੇ ਐਸਾ ਸਮਾਂ ਬਣਿਆ, ਆਪਣੇ ਮਨ ਦੀ ਅਵਸਥਾ ਬਣੀ। ਭੂਮ ਰਾਜ ਦਿਨ ਚਾਰ ਨਿਹਾਰੀ। ਇਹ ਜਿਹੜਾ ਧਰਤੀ ਦਾ ਰਾਜ ਹੈ ਤੇ 4 ਦਿਨਾਂ ਦਾ ਰਾਜ ਹੈ ਸਾਧ ਸੰਗਤ ਜੀ। ਸੱਜਣੋ, ਆਹ ਜਿਹੜਾ ਤੁਸੀਂ ਨਾਮ ਜਪਦੇ ਹੋ, ਗੁਰਬਾਣੀ ਪੜ੍ਹਦੇ ਹੋ, ਸੇਵਾ ਸਿਮਰਨ ਕਰਦੇ ਹੋ, ਦਾਨ ਪੁੰਨ ਕਰਦੇ ਹੋ, ਇਹਦੇ ਨਾਲ ਕੀ ਹੋਣਾ? ਸਰੀਰ ਨਹੀਂ ਬਦਲਣੇ ਸਾਧ ਸੰਗਤ ਦੇ ਨਾਲ, ਇਹਦੇ ਨਾਲ ਮਨ ਬਦਲਦੇ ਨੇ ਸਾਧ ਸੰਗਤ 'ਚ। ਜੇ ਤੇ ਮਨ ਬਦਲ ਗਿਆ ਤੇ ਤੁਸੀਂ ਦੇਵਤੇ ਹੋ ਸਾਧ ਸੰਗਤ 'ਚ। ਮਨੁੱਖ ਦੇਵਤਾ ਗੁਰੂ ਦੇ ਪਿਆਰਿਓ, ਖਿਮਾ ਰੱਖਿਓ ਜੇ। ਇਹ ਤਕਨੀਕ ਮੇਰੀ ਹੈ ਸਾਧ ਸੰਗਤ। ਮੈਂ ਕਹਿ ਦੇਣਾ ਭਈ ਮੇਰੀ ਗੱਲ ਮੇਰੀ ਜੇ ਸਾਧ ਸੰਗਤ, ਕਿਉਂਕਿ ਮੈਂ ਕੋਈ ਲਕੀਰ ਦਾ ਫਕੀਰ ਨਹੀਂ ਸਾਧ ਸੰਗਤ 'ਚ। 84 ਲੱਖ ਜੂਨ ਹੈ, ਉਸ 84 ਲੱਖ ਜੂਨ ਦੇ ਵਿੱਚ ਇਸ ਮਨੁੱਖ ਨੂੰ ਤੁਸੀਂ ਸਾਧੂ ਸੰਤਾਂ ਮਹਾਤਮਾ ਦੇ ਕੋਲੋਂ ਇਹਨੂੰ ਮਾਨਤਾ ਮਿਲੀ ਏ। ਮਨੁੱਖ ਨੂੰ ਇਸ ਧਰਤੀ ਮੈਂ ਤੇਰੀ ਸਿਕਦਾਰੀ, ਧਰਤੀ ਦਾ ਬਾਦਸ਼ਾਹ ਹੈ ਮਨੁੱਖ। ਗੁਰਬਾਣੀ ਕਹਿੰਦੀ ਹੈ ਭਈ ਦੁਲੱਭ ਜਨਮ ਪਾਈ ਵਡਭਾਗੀ। ਦੁਲੱਭ ਜਨਮ ਹੈ ਸਾਧ ਸੰਗਤ 'ਚ। ਤੁਸੀਂ ਗੁਰਬਾਣੀ ਪੜ੍ਹਦੇ ਹੋ ਪਏ, ਪਰ ਜਦੋਂ ਮੈਂ ਆਪਣੀ ਤਕਨੀਕ ਦੇ ਨਾਲ ਇਸ ਨੂੰ ਵੇਖਣਾ, ਵਿਚਾਰ ਕਰਨਾ, ਇਸ 84 ਲੱਖ ਜੂਨ ਤੋਂ ਸਭ ਤੋਂ ਭ੍ਰਿਸ਼ਟ ਜੂਨ ਮਨੁੱਖ ਦੀ ਹੈ ਸਾਧ ਸੰਗਤ 'ਚ। ਇਹ ਤਕਨੀਕ ਮੇਰੀ ਆ ਗੁਰੂ ਦੇ ਪਿਆਰਿਓ। 84 ਲੱਖ ਜੂਨ ਦੇ ਵਿੱਚੋਂ ਸਭ ਤੋਂ ਭ੍ਰਿਸ਼ਟ ਜੂਨ ਮਨੁੱਖ ਹੈ ਸਾਧ ਸੰਗਤ 'ਚ। ਮੇਰੀ ਗੱਲ ਦਾ ਧਿਆਨ ਦਿਓ ਜੇ। ਕਿਉਂ? ਜਦੋਂ ਇਹਦਾ ਮਨ ਖਰਾਬ ਹੋ ਜਾਂਦਾ ਹੈ, ਨਾ ਗੁਰੂ ਨੂੰ ਮਾਫ ਕਰੇ, ਨਾ ਕਿਸੇ ਸੰਤ ਮਹਾਤਮਾ ਨੂੰ ਮਾਫ ਕਰੇ, ਨਾ ਕਿਸੇ ਮਾਂ ਪਿਓ ਨੂੰ ਮਾਫ ਕਰੇ, ਨਾ ਫਿਰ ਧਰਮ ਵੇਖੇ ਸਾਧ ਸੰਗਤ। ਇੱਕ ਮਨੁੱਖ ਹੈ ਜਿੱਥੇ ਖਾਂਦਾ ਉੱਥੇ ਬੁਰਾ ਕਰਦਾ ਸਾਧ ਸੰਗਤ 'ਚ। ਜਿਹਦਾ ਖਾਂਦਾ ਉਹਦਾ ਹੀ ਬੁਰਾ ਕਰਦਾ। ਇੱਕ ਮਨੁੱਖ ਹੈ ਸੰਸਾਰ ਤੇ ਸਾਧ ਸੰਗਤ 'ਚ, ਹੋਰ ਕੋਈ ਜੂਨ ਨਹੀਂ ਗੁਰੂ ਦੇ ਪਿਆਰੇ। ਇਹਨੂੰ ਸਿਕਦਾਰ ਕਹਿੰਦੇ ਆਪੇ, ਇਹਨੂੰ ਸਿਕਦਾਰਾਂ ਨੇ ਆਪੇ ਸਾਧ ਸੰਗਤ ਜੀ। ਜਿਹਦਾ ਖਾਂਦਾ ਉਹਦਾ ਹੀ ਬੁਰਾ ਕਰਦਾ, ਉਹਦਾ ਹੀ ਬੁਰਾ ਸਾਧ ਸੰਗਤ 'ਚ। ਜਦੋਂ ਇਹਦਾ ਮਨ ਖਰਾਬ ਹੋ ਜਾਂਦਾ ਫਿਰ ਕਿਸੇ ਨੂੰ ਮਾਫ ਨਹੀਂ ਕਰਦਾ ਸਾਧ ਸੰਗਤ 'ਚ। ਨਾ ਗੁਰੂ ਵੇਖੇ, ਨਾ ਮਾਂ ਪਿਓ ਵੇਖੇ, ਨਾ ਜਾਇਜ਼ ਵੇਖੇ, ਨਾ ਨਜਾਇਜ਼ ਵੇਖੇ, ਚੱਲਣ ਦੇ ਫਿਰ ਗੁਰੂ ਦੇ ਪਿਆਰੇ। ਕਰਦਾ ਮਨਾਈਆਂ ਫਿਰ ਸਾਧ ਸੰਗਤ ਜੀ। ਤੇ ਹਜ਼ੂਰ ਪਾਤਸ਼ਾਹ ਕੀ ਕਹਿੰਦੇ ਨੇ? ਹਜ਼ੂਰ ਪਾਤਸ਼ਾਹ ਕਹਿੰਦੇ ਨੇ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਹੋਰ ਕੋਈ ਕੰਮ ਨਹੀਂ ਸਾਡਾ ਸੰਸਾਰ ਤੇ ਸਾਧ ਸੰਗਤ 'ਚ। ਇੱਕੋ ਹੀ ਕੰਮ ਹੈ ਗੁਰੂ ਦਾ। ਕਿਹੜਾ? ਇਸ ਮਨ ਨੂੰ ਸਵਾਰਨ ਦਾ ਸਾਧ ਸੰਗਤ 'ਚ। ਕਵੀਦਾਸ ਨੇ ਇੱਕ ਬੜਾ ਸ਼ਬਦ ਲਿਖਿਆ ਹੈ, ਕਹਿੰਦਾ ਮਨਾ ਸ਼ੈਤਾਨਾ ਬੇਈਮਾਨਾ ਮਰ ਜਾ ਮਗਰੋਂ ਲੈ ਜਾ, ਓਏ ਨਿਤ ਸਿਆਪੇ ਤੇਰੇ ਕਰਦਾ ਸਿੱਧੇ ਰਸਤੇ ਪੈ ਜਾ। 184 ਭੌਂਦਾ ਫਿਰਦਾ ਹੁਣ ਤੇ ਪਲਕੂ ਬਹਿ ਜਾ, ਕਾਲੀਦਾਸ ਤੇਰੇ ਨਾਲ ਦੇ ਤੁਰ ਗਏ ਤੇ ਤੂੰ ਪਿੱਛੇ ਨਾ ਰਹਿ ਜਾ। ਗੱਲ ਮੰਨਦੀ ਹੈ ਸਾਧ ਸੰਗਤ 'ਚ। ਇਹ ਜਦੋਂ ਉੱਥੇ ਰਾਜ ਕਰਦੇ ਨੇ ਪਏ, ਮਨ ਦੀ ਅਵਸਥਾ ਬਣ ਗਈ, ਉਹ ਤੇ 4 ਦੁਨੀਆ ਤੇ ਜਿਉਣਾ ਸਾਧ ਸੰਗਤ 'ਚ। ਆ ਈਰਖਾ ਦੁਬਦਾ ਵੈਰ ਭਾਵ ਕਿਉਂ ਕਰਨੇ ਆ ਪਏ? ਕਿਉਂ ਕਰਨੇ ਆ ਪਏ? ਇਹ ਬੜੀ ਬੁਰੀ ਚੀਜ਼ ਹੈ ਸਾਧ ਸੰਗਤ 'ਚ। ਖਿਮਾ ਰੱਖਣਾ,
ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੇ ਤੁਹਾਡੀ ਸਾਸਨ ਦੀ ਕਿਰਪਾ ਦੇ ਨਾਲ, ਤੁਹਾਡੀ ਕਿਰਪਾ ਦੇ ਨਾਲ, ਸਤਿਗੁਰੂ ਦੀ ਕਿਰਪਾ ਨਾਲ ਆ ਤੁਹਾਡਾ ਮੈਂ 5ਵੇਂ ਥਾਂ ਦਾ ਆ ਕੇ ਦਰਸ਼ਨ ਕਰਨਾ ਪਿਆ। ਸਾਰਿਆਂ 'ਚ ਬਦਬੂ ਆਉਂਦੀ ਹੈ ਪਈ ਸਾਧ ਸੰਗਤ 'ਚ, ਬਦਬੂ ਆਉਂਦੀ ਹੈ ਪਈ ਈਰਖਾ ਦੀ, ਦੁਬਦਾ ਦੀ। ਉਹ ਸੱਜਣੋ ਸਾਡੇ ਆਗੂਆਂ 'ਚ ਬਦਬੂ ਆਉਂਦੀ ਪਈ ਤੇ ਪ੍ਰਜਾ ਦਾ ਕੀ ਸੁਧਾਰ ਕਰਾਂਗੇ ਅਸੀਂ ਸਾਧ ਸੰਗਤ 'ਚ? ਅਸੀਂ ਨਹੀਂ ਰਲ ਕੇ ਬਹਿ ਸਕਦੇ ਗੁਰੂ ਦੇ ਪਿਆਰਿਓ ਪੈ। ਕੋਈ ਪ੍ਰਧਾਨਗੀ ਦੀ ਈਰਖਾ, ਕੋਈ ਸੈਕਟਰੀ ਦੀ ਈਰਖਾ, ਕੋਈ ਸਕੱਤਰ ਦੀ ਈਰਖਾ, ਬਸ ਤੂੰ ਮੈਂ ਨਹੀਂ, ਓਏ ਮੈਂ ਗੁਰਦੁਆਰੇ ਨਹੀਂ ਜਾਂਦਾ। ਇਹਦਾ ਮਤਲਬ ਇਹ ਹੈ ਵੀ ਤੈਨੂੰ ਪ੍ਰਧਾਨਗੀ ਦਾ ਪਿਆਰ, ਗੁਰਦੁਆਰੇ ਦਾ ਕੋਈ ਮਤਲਬ ਨਹੀਂ। ਕਿਤਨਾ ਕਮਾਲ ਜੇ ਸਾਧ ਸੰਗਤ 'ਚ ਗੱਲ ਕੋਈ ਚੱਲੀ ਏ, ਗੁਰਦੁਆਰਾ ਜਾਣਾ ਛੱਡ ਦਿੱਤਾ ਸਾਧ ਸੰਗਤ, ਸੇਵਾ ਕਰਨੀ ਛੱਡਤੀ ਗੁਰੂ ਦੇ ਪਿਆਰੇ। ਕਿਹਨੂੰ ਮਾਨਤਾ ਦੇਣੀ ਹੈ ਤੁਸੀਂ ਸਾਧ ਸੰਗਤ 'ਚ? ਕਿਹਨੂੰ ਮਾਨਤਾ ਦੇਣੀ ਹੈ ਗੁਰੂ ਦੇ ਪਿਆਰੇ? ਮੈਂ ਜਾਂਦਾ ਹੀ ਨਹੀਂ ਗਾ। ਲਓ ਦੱਸੋ ਜੀ। ਇਹਨਾਂ ਦੇ ਮਨ 'ਚ ਵਿਚਾਰ ਆਏ, ਕਾਹਦਾ ਈਰਖਾ ਦੁਬਦਾ ਕਿਉਂ ਕਰਨਾ ਪਏ? ਪਤਾ ਨਹੀਂ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ। ਰਾਰਾ ਆਖਦਾ ਰਾਮ ਦਾ ਨਾਮ ਜਪ ਲੈ, ਵਕਤ ਅੰਤ ਦਾ ਸੀਸ ਤੇ ਆਵਣਾ ਈ। ਜਿਹੜੇ ਹੈਣ ਪਿਆਲੇ ਦੇ ਯਾਰ ਤੇਰੇ, ਉਹਨਾਂ ਨਾਲ ਤੇਰੇ ਨਾ ਜਾਵਣਾ ਈ। ਐਸ ਵੇਲੇ ਜੇ ਨਾਮ ਨਾ ਬੀਜਿਆ ਤੂੰ, ਅੱਗੇ ਭੁੱਖਿਆਂ ਦੱਸ ਕੀ ਖਾਵਣਾ ਈ। ਰਹਿ ਕੇ ਰਾਤ ਸਵੇਰ ਨੂੰ ਉੱਠ ਜਾਣਾ ਤੇ ਬੰਦਾ ਜੱਗ ਦੇ ਵਿੱਚ ਪਰਾਉਣਾ ਹੀ ਸਾਧ ਸੰਗਤ 'ਚ। ਮਿਥਿਅੰਤ ਦੇਹੰ ਖਿਨੰਤ ਬਲਨੰ ਬਰਦੰਤ ਜਰੂਆ ਹਿਤਿਅੰਤ ਮਾਇਆ ਅਤਿਅੰਤ ਆਸਾ ਅਥਿਤ ਸਾਸਾ ਗਨੰਤ ਸਾਸਾ ਭਿਆਨਤ ਹਰਮੰ। ਇਹ ਤੇ ਆਪਾਂ ਅਥਿਤੀਆਂ ਸਾਧ ਸੰਗਤ 'ਚ। ਇਹਨਾਂ ਦੀ ਮਨ ਦੀ ਅਵਸਥਾ ਬਣ ਗਈ। ਅੱਗੋਂ ਕਿਵੇਂ ਇਤਿਹਾਸ ਆਵੇਗਾ? ਆਪ ਅੱਗੇ ਸਰਨ ਕਰੋਗੇ। ਦਾਸ ਇੱਥੇ ਬਖਸ਼ਿਸ਼ ਮੰਗਦਾ, ਆਈ ਸਾਸ ਨੂੰ ਜੀਆਂ ਆਖਦਾ। ਸਭ ਮਾਈ ਭਾਈ ਇਸ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ। हे अच्युत हे पार ब्रह्म अबनासी अगना, हे पूरन हे सर्ब मैं दुख भंजन गुणता। हे संगी हे निरंकार हे निर्गुण सब, हे गोविंद हे गुण निदान जाके सदा बे। हे अपरंपर हर हरे है पी होवन, हे संतां कै सदा संग ने धारायाद। हे ठाकर हम दास रो मैं निर्गुण गुण नहीं को, नानक दीजै नाम दान राखो हिय पुरो। याही कुल ते प्रगट हो ताही कुल को, पुन द्वादश गुरिंद को मेरी है